आप उत्पत ਉਹਦਾ 11 ਨੰਬਰ ਅਧਿਆਇ ਉਹਦੀ 1 ਤੋਂ 9 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੀ ਧਰਤੀ ਦੇ ਉੱਤੇ ਇੱਕੋ ਹੀ ਬੋਲੀ, ਇੱਕੋ ਹੀ ਭਾਸ਼ਾ। ਔਰ ਐਂ ਕਿ ਪੂਰਬ ਵੱਲ ਜਾਂਦੇ ਹੋਏ ਉਹਨਾਂ ਨੂੰ ਇੱਕ ਮੈਦਾਨ ਸਿਨਾਰ ਦੇਸ਼ ਵਿੱਚ ਲੱਭਾ ਅਤੇ ਉੱਥੇ ਉਹ ਵਸ ਗਏ। ਤਦ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ। ਜੋ ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਔਰ ਚੂਨੇ ਦੀ ਥਾਂ ਗਾਰਾ ਸੀ, ਤਾਂ ਉਹਨਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਔਰ ਇੱਕ ਬੁਰਜ ਬਣਾਈਏ ਜਿਹਦੀ ਟੀਸੀ ਆਕਾਸ਼ ਤੱਕ ਹੋਵੇ, ਔਰ ਆਪਣੇ ਲਈ ਇੱਕ ਨਾਉ ਕੱਢੀਏ, ਅਜਿਹਾ ਨਾ ਹੋਵੇ ਵੀ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ। ਤਾਂ ਯਹੋਵਾ ਉਸ ਸ਼ਹਿਰ ਔਰ ਬੁਰਜ ਨੂੰ ਜਿਹਨੂੰ ਆਦਮ ਵੰਸ਼ ਨੇ ਬਣਾਇਆ ਸੀ ਵੇਖਣ ਲਈ ਉਤਰਿਆ। ਯਹੋਵਾ ਨੇ ਆਖਿਆ ਕਿ ਵੇਖੋ ਇਹ ਲੋਕ ਇੱਕ ਹਨ ਔਰ ਉਹਨਾਂ ਸਭਨਾਂ ਦੀ ਬੋਲੀ ਇੱਕ ਹੈ ਅਤੇ ਉਹ ਇਹ ਕਰਨ ਲੱਗੇ ਹਨ ਜੋ ਕੁਛ ਉਹਨਾਂ ਦੇ ਕਰਨ ਦੀ ਭਾਵਨੀ ਹੋਵੇਗੀ, ਹੁਣ ਉਹਨਾਂ ਅੱਗੇ ਨਹੀਂ ਅਟਕੇਗਾ। ਆਓ ਅਸੀਂ ਉਤਰੀਏ ਅਤੇ ਉੱਥੇ ਉਹਨਾਂ ਦੀ ਬੋਲੀ ਨੂੰ ਉਲਟ ਪੁਲਟ ਕਰ ਦਈਏ ਭਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ। ਤਾਂ ਯਹੋਵਾ ਨੇ ਉਹਨਾਂ ਨੂੰ ਉੱਥੋਂ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਸੋ ਉਹ ਉਸ ਸ਼ਹਿਰ ਦੇ ਬਣਾਉਣ ਤੋਂ ਹਟ ਗਏ। ਇਸ ਕਾਰਨ ਉਹਨਾਂ ਨੇ ਉਹਦਾ ਨਾਮ ਬਾਬਲ ਦਾ ਮਤਲਬ ਹੁੰਦਾ ਉਲਝਣ, ਕਨਫਿਊਜ਼ਨ ਰੱਖਿਆ, ਕਿਉਂਕਿ ਉੱਥੇ ਯਹੋਵਾ ਨੇ ਸਾਰੀ ਧਰਤੀ ਦੀ ਬੋਲੀ ਉਲਟ ਪੁਲਟ ਕਰ ਦਿੱਤੀ ਔਰ ਉੱਥੋਂ ਯਹੋਵਾ ਨੇ ਉਹਨਾਂ ਨੂੰ ਸਾਰੀ ਧਰਤੀ ਉੱਤੇ ਖਿੰਡਾ ਦਿੱਤਾ। ਔਰ ਜਦ ਲੋਕ ਉੱਥੋਂ ਖਿੰਡ ਗਏ, ਸਭ ਲੋਕ ਵੱਖਰੇ ਵੱਖਰੇ ਜਾਣ ਲੱਗੇ, ਤਾਂ ਉੱਥੋਂ ਹੀ ਨਿਕਲ ਕੇ ਇੱਕ ਜਗ੍ਹਾ ਦੇ ਵਿੱਚ ਵਸਦੇ ਹਨ। ਉਸ ਜਗ੍ਹਾ ਦਾ ਨਾਂ ਸੀ ਮਿਸਰ। ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਵਸੀ ਜਾਂਦੇ ਆ, ਉਹਨਾਂ ਦੇ ਨਾਂ ਉਸ ਹਿਸਾਬ ਨਾਲ ਰੱਖੀ ਜਾਂਦੇ ਹਨ। ਔਰ ਇੱਕ ਜਗ੍ਹਾ ਦਾ ਮੈਂ ਅੱਜ ਜ਼ਿਕਰ ਕਰਨਾ ਹੈ, ਉਸ ਜਗ੍ਹਾ ਦਾ ਨਾਂ ਹੈ ਮਿਸਰ। ਕਿੱਥੋਂ ਚੱਲੇ ਹਨ? ਬਾਬੁਲ ਤੋਂ ਚੱਲੇ ਹਨ ਔਰ ਖਿਲਰੀ ਜਾਂਦੇ ਅੱਗੇ ਅੱਗੇ ਔਰ ਮਿਸਰ ਦੇ ਵਿੱਚ ਜਾ ਕੇ ਵਸ ਗਏ। ਔਰ ਇਹ ਜਿਹੜਾ ਮਿਸਰ ਹੈ, ਭਾਵੇਂ ਵੱਖਰੇ ਵੱਖਰੇ ਚੱਲ ਗਏ, ਪਰ ਜਿਹੜੇ ਦੇਵੀ ਦੇਵਤਿਆਂ ਨੂੰ ਉੱਥੇ ਮੰਨਦੇ ਸੀਗੇ, ਭਾਵੇਂ ਇਹਨਾਂ ਦੀਆਂ ਭਾਸ਼ਾਵਾਂ ਵੱਖ ਵੱਖ ਹੋ ਗਈਆਂ, ਜਿਹੜੇ ਦੇਵੀ ਦੇਵਤਿਆਂ ਨੂੰ ਉੱਥੇ ਮੰਨਦੇ ਸੀ, ਜਿਸ ਤਰ੍ਹਾਂ ਦੀ ਇਹ ਪੂਜਾ ਕਰਦੇ ਸੀ ਉੱਥੇ, ਉੱਦਾਂ ਦੀ ਹੀ ਇੱਥੇ ਵੀ ਉਹ ਕਰਨ ਲੱਗੇ। ਔਰ ਉੱਥੇ ਹੀ ਬਾਬਲ ਦੇ ਇਲਾਕੇ ਦੇ ਵਿੱਚ ਇੱਕ ਮਨੁੱਖ ਪੈਦਾ ਹੁੰਦਾ ਹੈ, ਉਸ ਦਾ ਨਾਮ ਹੈ ਅਬਰਾਹਮ। ਉਸ ਦਾ ਨਾਮ ਪਹਿਲਾਂ ਅਬਰਾਮ ਸੀ ਔਰ ਪਰਮੇਸ਼ਵਰ ਨੇ ਹੀ ਉਸ ਦਾ ਨਾਮ ਬਾਅਦ ਦੇ ਵਿੱਚ ਬਦਲ ਕੇ ਉਹਦਾ ਨਾਮ ਅਬਰਾਹਮ ਰੱਖਿਆ। ਔਰ ਪੂਰੀ ਧਰਤੀ ਦੇ ਉੱਤੇ ਕੋਈ ਇੱਕ ਮਨੁੱਖ ਸੀ ਜਿਹਨੂੰ ਪਰਮੇਸ਼ਵਰ ਨੇ ਚੁਣਿਆ, ਔਰ ਉਹ ਮਨੁੱਖ ਵੀ ਮੂਰਤੀ ਪੂਜਕ ਹੀ ਸੀਗਾ, ਉਹ ਵੀ ਮੂਰਤੀ ਪੂਜਕ ਹੀ। ਉਹਦੇ ਮਾਂ ਪਿਓ ਸਾਰੇ ਹੀ ਮੂਰਤੀ ਪੂਜਕ ਸਨ, ਪਰ ਪਰਮੇਸ਼ਵਰ ਨੇ ਉਸ ਬੰਦੇ ਨੂੰ ਚੁਣਿਆ। ਜਿੱਦਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈ ਕਿ ਪਰਮੇਸ਼ਵਰ ਨੇ ਸਾਮਰੀ ਔਰਤ ਨੂੰ ਚੁਣਿਆ, ਪਰਮੇਸ਼ਵਰ ਨੇ ਮੱਤੀ ਨੂੰ ਚੁਣਿਆ। ਤੁਹਾਡੀ ਚੋਣ ਦੇ ਨਾਲ ਕੁਛ ਨਹੀਂਗਾ, ਇਹ ਪਰਮੇਸ਼ਵਰ ਦੀ ਚੋਣ ਦੇ ਨਾਲ ਹੈ। ਭਾਵੇਂ ਕਿ ਇੱਕ ਧਨੀ ਮਨੁੱਖ ਜਿਹੜਾ ਸੀਗਾ, ਉਹ ਪ੍ਰਭੂ ਯਿਸੂ ਮਸੀਹ ਨੂੰ ਕਹਿੰਦਾ ਕਿ ਮੈਂ ਅਨੰਤ ਜੀਵਨ ਪਾਉਣ ਦੇ ਲਈ ਕੀ ਕਰਾਂ। ਔਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੂੰ ਹੁਕਮਾਂ ਨੂੰ ਮੰਨ। ਉਹ ਕਹਿੰਦਾ ਹੁਕਮਾਂ ਨੂੰ ਤਾਂ ਮੈਂ ਬਚਪਨ ਤੋਂ ਹੀ ਮੰਨਦਾ। ਇਹਦਾ ਮਤਲਬ ਕਿ ਉਹ ਚਾਹੁੰਦਾ ਸੀਗਾ ਅਨੰਤ ਜੀਵਨ, ਪਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਆਪਣਾ ਸਭੋ ਕੁਝ ਵੇਚ ਕੇ ਮੇਰੇ ਪਿੱਛੇ ਆ ਜਾ। ਪਰ ਉਹ ਪਿੱਛੇ ਨਹੀਂ ਆ ਸਕਿਆ, ਕਿਉਂਕਿ ਇਹ ਉਹਦੀ ਆਪਣੀ ਚੋਣ ਸੀਗੀ, ਉਹ ਅਨੰਤ ਜੀਵਨ ਨਹੀਂ ਪਾ ਸਕਿਆ। ਦੂਜੇ ਪਾਸੇ ਮੱਤੀ ਸੀਗਾ, ਜਿਹਨੂੰ ਨਾ ਪਤਾ ਸੀਗਾ ਕਿ ਭਗਤੀ ਕਰੀਦੀ ਹੈ ਕੁਛ, ਉਹ ਆਰਾਮ ਦੇ ਨਾਲ ਆਪਣਾ ਚੁੰਗੀ ਵਾਲੀ ਦੁਕਾਨ 'ਤੇ ਬੈਠਾ ਸੀਗਾ ਔਰ ਜਿੰਨੀ ਲੁੱਟ ਖਸੁੱਟ ਕਰ ਸਕਦਾ ਸੀ ਕਰਦਾ ਸੀਗਾ, ਔਰ ਲੋਕਾਂ ਦੇ ਉੱਤੇ ਉਹਦਾ ਇੱਕ ਹਿਸਾਬ ਦਾ ਰਾਜ ਸੀਗਾ, ਸਰਕਾਰੀ ਅਫਸਰ ਸੀਗਾ। ਔਰ ਉਹਨੂੰ ਜਦ ਪ੍ਰਭੂ ਯਿਸੂ ਮਸੀਹ ਨੇ ਕਿਹਾ, ਇੱਕ ਵਾਰ ਯਿਸੂ ਮਸੀਹ ਉੱਥੋਂ ਜਾ ਰਿਹਾ ਔਰ ਉਹਦੀ ਨਜ਼ਰ ਉਸ 'ਤੇ ਪੈਂਦੀ ਹੈ, ਅਤੇ ਕਹਿੰਦਾ ਮੱਤੀ ਮੇਰੇ ਪਿੱਛੇ ਆ ਜਾ। ਔਰ ਮੱਤੀ ਜਿਹੜਾ ਸਭੋ ਕੁਝ ਛੱਡ ਕੇ ਉਹਦੇ ਪਿੱਛੇ ਚਲਾ ਗਿਆ। ਔਰ ਆਪਾਂ ਪਿਛਲੇ ਐਤਵਾਰ ਦੇਖਿਆ ਹੈ ਕਿ ਜਿਹੜੀ ਸਾਮਰੀ ਔਰਤ ਹੈ, ਉਹ ਵੀ ਦੇਖੋ ਉਹਦਾ ਜੀਵਨ ਕੋਈ ਵਧੀਆ ਨਹੀਂ ਸੀਗਾ, ਉਹ ਸਭ ਤੋਂ ਘਟੀਆ ਔਰਤ ਸੀਗੀ ਪਿੰਡ ਦੀ, ਔਰ ਲੋਕ ਆਪਣੀਆਂ ਕੁੜੀਆਂ ਵੀ ਉਹਦੇ ਨਾਲ ਨਹੀਂ ਭੇਜਦੇ। ਪਰ ਉੱਥੇ ਕੀ ਆ, ਪ੍ਰਭੂ ਯਿਸੂ ਮਸੀਹ ਇਸ ਤਰ੍ਹਾਂ ਦੀ ਔਰਤ ਨੂੰ ਬਚਾਉਣ ਦੇ ਲਈ ਸਿਖਰ ਦੁਪਹਿਰੇ ਖੂਹ ਦੇ ਉੱਤੇ ਬੈਠਾ ਉਹਦੀ ਉਡੀਕ ਕਰ ਰਿਹਾ ਹੈ, ਕਿਉਂਕਿ ਜੋ ਕੁਝ ਵੀ ਹੋਣਾ ਉਹਦੇ ਚਾਹੁਣ ਦੇ ਨਾਲ ਹੋਣਾ ਹੈ, ਬੰਦੇ ਦੇ ਚਾਹੁਣ ਦੇ ਨਾਲ ਕੁਝ ਵੀ ਨਹੀਂ ਹੋਣਾ ਹੈ। ਹਾਲੇਲੂਇਆ। ਅਜੇ ਦੇਖਦੇ ਕਿ ਉਹਨੇ ਚਾਹਿਆ ਹੈ ਕਿ ਅਬਰਾਹਮ ਨੂੰ ਉਹ ਬਚਾਵੇ। ਅਬਰਾਹਮ ਨੂੰ ਜਦ ਉਹਨੇ ਉੱਥੋਂ ਕੱਢਿਆ ਤੇ
ਅਬਰਾਹਾਮ ਆਪਣੇ ਨਾਲ ਲੂਤ ਨੂੰ ਵੀ ਲੈ ਲਿਆ ਉਹਨੇ। ਲੂਤ ਭਾਵੇਂ ਚੋਣ ਦੇ ਵਿੱਚ ਨਹੀਂ ਸੀ, ਔਰ ਉਹਨੇ ਆਪਣੀ ਪਤਨੀ ਨੂੰ ਵੀ ਨਾਲ ਲੈ ਲਿਆ। ਪਤਨੀ ਵੀ ਉਹਦੀ ਭਾਵੇਂ ਚੋਣ ਦੇ ਵਿੱਚ ਨਹੀਂ ਸੀ, ਪਰ ਪਤੀ ਔਰ ਪਤਨੀ ਇੱਕ ਸਰੀਰ ਹਨ, ਇਸ ਲਈ ਉਹ ਬਚਾਈ ਜਾਂਦੀ ਹੈ। ਹਾਲੇਲੂਇਆ। ਔਰ ਇਹਨੂੰ ਆਪਾਂ ਇੱਕ ਕਹਾਣੀ ਦੇ ਵਾਂਗੂ ਅੱਜ ਦੇਖਣਾ ਹੈ। ਭਾਵੇਂ ਉਹ ਮੂਰਤੀ ਪੂਜਕ ਸੀ, ਸਭੋ ਕੁਛ ਸੀ, ਪਰ ਉਹ ਪਰਮੇਸ਼ਰ ਦੇ ਕਹਿਣ ਦੇ ਅਨੁਸਾਰ ਉੱਥੋਂ ਚੱਲ ਪਿਆ। ਜਦ ਉੱਥੋਂ ਚੱਲਿਆ ਆਉਂਦਾ ਹੈ, ਉੱਥੋਂ ਦੂਸਰੇ ਮੁਲਕਾਂ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਸੀ, ਉੱਥੋਂ ਚੱਲਦਾ 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 ਆਖਰ ਉਹ ਕਿੱਥੇ ਪਹੁੰਚਦਾ ਹੈ? ਹੋਰੇਬ ਇੱਕ ਜਗ੍ਹਾ ਹੈ ਜਿੱਥੇ ਉਹ ਪਹੁੰਚ ਜਾਂਦਾ ਹੈ ਆਪਣੇ ਜੀਵਨ ਦੇ ਸਾਰੇ ਹੀ ਸਫ਼ਰ ਦੇ ਵਿੱਚ। ਔਰ ਐਡਾ ਲੰਬਾ ਸਫ਼ਰ ਕਰਦੇ ਕਰਦੇ ਉਹਦੀ ਪਰਮੇਸ਼ਰ ਦੇ ਨਾਲ ਇੰਨੀ ਜ਼ਿਆਦਾ ਦੋਸਤੀ ਹੋ ਜਾਂਦੀ ਹੈ, ਇੰਨੀ ਜ਼ਿਆਦਾ ਦੋਸਤੀ ਹੋ ਜਾਂਦੀ ਹੈ ਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਪਰਮੇਸ਼ਰ ਕੀ ਪਸੰਦ ਕਰਦਾ ਹੈ, ਕੀ ਨਹੀਂ ਪਸੰਦ ਕਰਦਾ ਹੈ। ਔਰ ਦੋਸਤੀ ਜਿਹੜੀ ਹੈ ਬਿਨਾਂ ਵਾਅਦਿਆਂ ਔਰ ਬਿਨਾਂ ਨਿਸ਼ਾਨੀਆਂ ਤੋਂ ਕੋਈ ਨਿਭਦੀ ਨਹੀਂ ਹੈ। ਜਦ ਉਹਨਾਂ ਦੀ ਦੋਸਤੀ ਹੋ ਜਾਂਦੀ ਹੈ ਤਾਂ ਪਰਮੇਸ਼ਰ ਉਹਦੇ ਨਾਲ ਵਾਅਦੇ ਕਰਦਾ ਹੈ। ਹਾਲੇਲੂਇਆ। ਔਰ ਉਹਨੂੰ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਨਾਲ ਜਦੋਂ ਉਹਨੂੰ ਪਿਆਰ ਹੋ ਜਾਂਦਾ ਹੈ, ਆਪਸ ਵਿੱਚ ਦੋਨਾਂ ਨੂੰ ਦੋਸਤੀ ਹੋ ਜਾਂਦੀ ਹੈ, ਤੇ ਪਰਮੇਸ਼ਰ ਉਹਨੂੰ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਕਿ ਜੋ ਤੈਨੂੰ ਸ਼ਰਾਪ ਦੇਵੇਗਾ ਉਹਨੂੰ ਮੈਂ ਸ਼ਰਾਪ ਦੇ ਦਾਂਗਾ, ਔਰ ਜੋ ਤੈਨੂੰ ਬਰਕਤ ਦੇਵੇਗਾ ਉਹਨੂੰ ਮੈਂ ਬਰਕਤ ਦੇਵਾਂਗਾ। ਫਿਰ ਉਹਨੂੰ ਕਹਿੰਦਾ ਕਿ ਤੂੰ ਸਾਰੇ ਹੀ ਵਿਸ਼ਵਾਸੀਆਂ ਦਾ, ਜਿੰਨੇ ਲੋਕ ਮੈਨੂੰ ਮੰਨਣਗੇ ਸਾਰਿਆਂ ਦਾ ਪਿਤਾ ਤੂੰ ਹੋਵੇਂਗਾ। ਔਰ ਤੂੰ ਜਿੱਥੇ ਖੜਾ ਹੈ, ਉੱਤਰ ਵੱਲ, ਪੂਰਬ ਵੱਲ, ਪੱਛਮ ਵੱਲ, ਦੱਖਣ ਵੱਲ, ਸਾਰੇ ਹੀ ਪਾਸੇ ਦੇਖ, ਇਹ ਸਾਰੀ ਧਰਤੀ ਮੈਂ ਤੈਨੂੰ ਦੇ ਦਿਆਂਗਾ। ਜਦ ਉਹਨਾਂ ਦਾ ਹੁਣ ਪਿਆਰ ਹੋ ਜਾਂਦਾ, ਦੋਸਤੀ ਹੋ ਜਾਂਦੀ ਹੈ। ਇਹ ਸੀ ਉਹਨਾਂ ਦਾ ਵਾਅਦੇ। ਔਰ ਉਸ ਤੋਂ ਬਾਅਦ ਹੁਣ ਨਿਸ਼ਾਨੀਆਂ ਵੀ ਹੁੰਦੀਆਂ ਨਾ ਦੋਸਤੀ ਦੇ ਵਿੱਚ। ਨਿਸ਼ਾਨੀਆਂ ਤੋਂ ਬਿਨਾਂ, ਵਾਅਦਿਆਂ ਤੋਂ ਬਿਨਾਂ ਦੋਸਤੀ ਕਾਹਦੀ? ਹੁਣ ਉੱਥੇ ਨਿਸ਼ਾਨੀ ਦੇਣੀ ਹੈ। ਇੱਕ ਨਿਸ਼ਾਨੀ ਅਬਰਾਹਾਮ ਨੇ ਪਰਮੇਸ਼ਰ ਨੂੰ ਦੇਣੀ ਹੈ, ਇੱਕ ਨਿਸ਼ਾਨੀ ਪਰਮੇਸ਼ਰ ਨੇ ਅਬਰਾਹਾਮ ਨੂੰ ਦੇਣੀ ਹੈ। ਹਾਲੇਲੂਇਆ। ਹੁਣ ਅਬਰਾਹਾਮ ਜਿਹੜੀ ਉਹਨੂੰ ਨਿਸ਼ਾਨੀ ਦਿੰਦਾ ਹੈ, ਉਹ ਨਿਸ਼ਾਨੀ ਹੈ ਖਤਨਾ ਕਰਨ ਦੀ। ਬਹੁਤ ਸਾਰੇ ਲੋਕ ਸਾਡੇ ਵਿੱਚ ਨਵੇਂ ਹਨ, ਉਹ ਨਹੀਂ ਜਾਣਦੇ। ਖਤਨਾ ਹੁੰਦਾ ਕਿ ਅਸੀਂ ਆਪਣੇ ਸਰੀਰ ਦਾ ਫਾਲਤੂ ਮਾਸ ਜਿਹੜਾ ਉਹਨੂੰ ਕੱਟ ਦਿੰਦੇ ਆ। ਔਰ ਉਹ ਉਸ ਉਮਰ ਦੇ ਵਿੱਚ ਬਜ਼ੁਰਗੀ ਦੀ ਹਾਲਤ ਦੇ ਨਾਲ ਉਹ ਆਪਣਾ ਖਤਨਾ ਕਰਦਾ ਹੈ, ਔਰ ਖਤਨਾ ਕਰਦਾ ਵੀ ਪੱਥਰ ਦੇ ਨਾਲ ਹੈ, ਆਪਣੇ ਸਰੀਰ ਨੂੰ ਕੱਟਦਾ। ਕਿੰਨਾ ਦੁੱਖ ਭਰੀ ਉਹ ਹਾਲਤ ਹੈ। ਉਹ ਨਿਸ਼ਾਨੀ ਦਿੰਦਾ ਹੈ ਪਰਮੇਸ਼ਰ ਨੂੰ, ਕਿਉਂਕਿ ਪਰਮੇਸ਼ਰ ਉਸ ਤੋਂ ਨਿਸ਼ਾਨੀ ਮੰਗਦਾ। ਹੁਣ ਪਰਮੇਸ਼ਰ ਨੇ ਵੀ ਇੱਕ ਨਿਸ਼ਾਨੀ ਉਸ ਤੋਂ, ਕਿਉਂਕਿ ਪਹਿਲਾਂ ਜਿਹੜੇ ਵਾਅਦੇ ਹੁੰਦੇ ਸੀ, ਪਰਮੇਸ਼ਰ ਵੀ ਉਹਨੂੰ ਇੱਕ ਨਿਸ਼ਾਨੀ ਦਿੰਦਾ ਹੈ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਸਮਿਆਂ ਦੇ ਵਿੱਚ ਕੁਝ ਦੇਸ਼ਾਂ ਦੇ ਕਿਸ ਤਰ੍ਹਾਂ ਦੇ ਕਾਨੂੰਨ ਹੁੰਦੇ ਸੀ। ਮਤਲਬ ਇਸ ਤਰ੍ਹਾਂ ਦੇ ਲੋਕ ਜਿਹੜੇ ਸੀ, ਜਦੋਂ ਇੱਕ ਦੂਜੇ ਦੇ ਨਾਲ ਕੋਈ ਡੀਲ ਕਰਦੇ ਸੀ, ਕੋਈ ਵਾਅਦਾ ਕਰਦੇ ਸੀ ਕੰਮ ਕਰਨ ਦਾ, ਉਹ ਇੱਕ ਜਾਨਵਰ ਲੈਂਦੇ ਸੀ। ਦੇਖੋ ਵਾਅਦੇ ਕਿੰਨੇ ਪੱਕੇ ਹੁੰਦੇ ਸੀ। ਇੱਕ ਜਾਨਵਰ ਲੈਂਦੇ ਸੀ ਤਾਂ ਜਾਨਵਰ ਨੂੰ ਗੱਭਿਓਂ ਕੱਟ ਦਿੰਦੇ ਸੀ। ਕੱਟ ਕੇ ਤਾਂ ਉਹਨਾਂ ਨੂੰ ਇੱਦਾਂ ਇੱਕ ਦੂਜੇ ਦੇ ਸਾਹਮਣੇ ਰੱਖ ਕੇ ਉਹ ਦੋਨੇ ਬੰਦੇ ਜਿਹੜੇ ਸੀਗੇ ਉਹ ਵਾਅਦਾ ਕਰਦੇ ਸੀ, ਤਾਂ ਵਾਅਦਾ ਲਿਖਿਆ ਜਾਂਦਾ ਸੀ ਕਾਗਜ਼ ਦੇ ਉੱਤੇ ਵੀ ਮੈਂ ਤੈਨੂੰ ਆਹ ਚੀਜ਼ ਦੇਵਾਂਗਾ ਅਤੇ ਮੈਂ ਤੈਨੂੰ ਆਹ ਕਰਾਂਗਾ। ਜੋ ਵੀ ਵਾਅਦਾ ਉਹਨਾਂ ਦਾ ਹੁੰਦਾ ਸੀ ਉਹ ਵਾਅਦਾ ਇੱਦਾਂ ਕਰਦੇ ਸੀਗੇ। ਔਰ ਫਿਰ ਉਹ ਜਿਹੜਾ ਵਾਅਦਾ ਲਿਖਿਆ ਜਾਂਦਾ ਸੀ ਉਹਨੂੰ ਫਿਰ ਉਹ ਪਾੜਦੇ ਸੀ। ਇੱਦਾਂ ਪਾੜ ਕੇ ਇੱਕ ਟੋਟਾ ਉਹਦੇ ਕੋਲ ਹੁੰਦਾ ਸੀ ਅਤੇ ਇੱਕ ਟੋਟਾ ਉਹਦੇ ਕੋਲ ਹੁੰਦਾ ਸੀ। ਜਦ ਉਹਨਾਂ ਦੇ ਵਾਅਦਾ ਪੂਰਾ ਹੋ ਜਾਂਦਾ ਸੀ, ਉਹ ਟੋਟੇ ਨੂੰ ਜਦੋਂ ਮਿਲਾ ਕੇ ਦੇਖਦੇ ਸੀਗੇ, ਫਿਰ ਜਿਹੜਾ ਉਹਦਾ ਹੱਕਦਾਰ ਹੁੰਦਾ ਸੀ ਉਹਨੂੰ ਉਹ ਦੇ ਦਿੰਦੇ ਸੀਗੇ। ਇੱਦਾਂ ਵਾਅਦਾ ਹੁੰਦਾ ਸੀਗਾ। ਹੁਣ ਪਰਮੇਸ਼ਰ ਕਹਿੰਦਾ, ਹੁਣ ਪਰਮੇਸ਼ਰ ਨੇ ਵੀ ਉਹਨੂੰ ਵਾਅਦਾ ਦੇਣਾ ਹੈ। ਪਰਮੇਸ਼ਰ ਕਹਿੰਦਾ ਕਿ ਉਹੀ ਵਾਅਦਾ ਜਿਹੜਾ ਦੁਨੀਆ ਦੇ ਵਿੱਚ ਚੱਲਦਾ ਸੀ ਸਿਸਟਮ, ਉਸੇ ਸਿਸਟਮ ਦੇ ਨਾਲ ਉਹ ਕਹਿੰਦਾ ਵੀ ਇੱਦਾਂ ਕਰ, ਇੱਕ ਬੈੜ ਲੈ ਕੇ ਆ, ਔਰ ਇੱਕ ਛਤਰਾ ਲੈ ਕੇ ਆ, ਲੇਲਾ ਲੈ ਕੇ ਆ, ਔਰ ਇੱਕ ਬੱਕਰੀ ਲੈ ਕੇ ਆ, ਇੱਕ ਘੁੱਗੀ ਔਰ ਇੱਕ ਕਬੂਤਰ ਲੈ ਕੇ ਆ। ਮੈਂ ਇਹਨਾਂ ਦੀ ਵਿਆਖਿਆ 'ਚ ਨਹੀਂ ਜਾਣਾ ਕਿ ਜਾਨਵਰਾਂ ਦਾ ਕੀ ਮਤਲਬ ਹੈ, ਪਰ ਪਰਮੇਸ਼ਰ ਕੀ ਕਰਦਾ, ਉਹਨਾਂ ਨੂੰ ਗੱਭਿਓਂ ਕੱਟਦਾ ਹੈ। ਉਹਦੇ ਗੱਭੇ ਖੜੇ ਹੋ ਕੇ ਉਹ ਵਾਅਦਾ ਕਰਦੇ ਹਨ। ਇਹ ਸਾਰਾ ਕੁਝ ਜੋ ਹੈ ਇਹ ਸਰੀਰਕ ਹੈ। ਹਾਲੇਲੂਇਆ, ਹਾਲੇਲੂਇਆ। ਇਹ ਸਰੀਰਕ ਹੈ। ਅਤੇ ਉਸ ਤੋਂ ਬਾਅਦ ਉਹ ਸ਼ਾਮ ਨੂੰ ਉਹਦੇ ਉੱਤੇ ਜਦੋਂ ਨੀਂਦ ਆਉਂਦੀ ਹੈ ਤਾਂ ਇਹਨੂੰ ਆਤਮਿਕ ਤੌਰ 'ਤੇ ਵੀ ਦੇਖਦਾ ਹੈ ਵੀ ਇਹ ਵਾਅਦਾ ਹੈ ਕਿੱਦਾਂ। ਹੁਣ ਇਹ ਜਦ ਦੋਨੇ ਆਪਸ ਵਿੱਚ ਵਾਅਦਾ ਕਰ ਲੈਂਦੇ, ਹੁਣ ਪਰਮੇਸ਼ਰ ਜਿਹੜਾ ਹੈ ਉਹਦੀ ਨਜ਼ਰ ਦੇ ਵਿੱਚ ਬੰਦਾ ਚਾਹੇ 1000 ਸਾਲ ਜੀਂਦਾ ਰਵੇ, ਇੱਕ ਦਿਨ ਦੇ ਬਰਾਬਰ ਹੈ।
ये वादा तो फिर कुछ ही पलों का होया, पर यह वादा अब्राहम तो ਉਹਦੀ अंश ਦੇ ਨਾਲ ਸੀਗਾ। ਇਹ वादा ਸਾਡੇ तक भी पहुँचता है। यही वादा ਜਿਹੜਾ परमेश्वर ने ਉਹਦੇ ਨਾਲ ਕੀਤਾ ਉਹ ਸਾਡੇ तक पहुँचता है। ਅਸੀਂ ਹੁਣ देखना कि जब अब्राहम ने ਉਹਦੇ ਨਾਲ वादा ਕੀਤਾ, अब्राहम ने दुख झੱਲਿਆ, ਉਹਨੇ ਆਪਣੇ शरीर ਦੀ ਚਮੜੀ ਨੂੰ पत्थर ਦੇ ਨਾਲ ਕੱਟਿਆ। ਹੁਣ जब परमेश्वर ਉਹਨੂੰ वादा ਦਿੰਦਾ है कि मैं ਤੈਨੂੰ ਔਰ ਤੇਰੀ अंश ਨੂੰ ਬਚਾਵਾਂਗਾ, परमेश्वर ਨੂੰ वादा ਦਿੰਦਾ, परमेश्वर ਆਪਣੇ ही पुੱਤਰ ਦੇ ਦੋ ਟੋਟੇ ਕਰ ਦਿੰਦਾ, ਇੱਕ ਧਰਤੀ ਦੇ ਉੱਤੇ ਸੁੱਟਦਾ ਹੈ। ਆਤਮਿਕ ਪੱਖੋਂ ਦੇਖਦਾ ਉਹਦਾ। और जदों सलीब दे उत्ते हुंदा और परमेश्वर दुख चलता है, उन्हें भी वादा देना। हुण बंदे ने थोड़ा जिहा दुख चलिया क्योंकि परमेश्वर तो महान है। परमेश्वर किदां, परमेश्वर बचाउण वाला है क्योंकि उत्थे वादा करदा है ना। उन्हें वादा की सीगा कि ਉਹਦੇ ਨਾਲ वादा कर, ਉਹਦਾ वादा सी कि मैं विश्वासी होवांगा, मैं हर चीज़ उत्ते विश्वास करांगा। और परमेश्वर ने कहा भी जे तू विश्वास करके जो भी मंगेगा और मैं तेनू सबो कुछ देवांगा। और ਉਹਦਾ वादा की है, विश्वासी है। और यहोवा ਦਾ वादा की है कि मैं जिरे हाँ। हालेलुया। ये आपसे जो वादे करते हैं और परमेश्वर वो वादा ਜਿਹੜਾ ਉਹਦੇ ਨਾਲ ਇਹ ਕਰਦਾ ਹੈ ਆਪਣੇ ਪੁੱਤਰ ਨੂੰ। ਪੁੱਤਰ ਕੋਈ ਹੋਰ ਨਹੀਂਗਾ, आपे ही है। वह दूसरा रूप है, वह काम करने का तरीका है। पुराने नियम के यहोवा है, नवे नियम के यीशु मसीह है। और वो उदों इन्ने कोड़े खांदा जब तक वो पसलियां लक दे विच दी दिसन नहीं लग पैंदियां। वो भी वादा करता है और अपने हत्थां दे उत्ते किल ठुकदा है, अपने पैरां दे उत्ते। और वो जो है वो शरीर दे विच पूरा शरीर जिहड़ा लहू लहान हो गया। और जब फिर भी थोड़ा बहुत किते रह गया जिथे खून नहीं पिया, वो अपने ही दिल दे विच जिहड़ा लहू दा स्रोत है, जिथों लहू बहाया जाता है, सब जगह लहू दा बहाव हुंदा है। और उन्होंने भी वो कट सुटदा है ताकि पूरा लहू दे विच नहावे। और ਉਹਦੇ एक एक बूंद जिहड़ी है लहू दी वो बह गई। और ਉਹਦੀ एक बूंद ही सारे संसार दे पाप चुकण दे लई काफ़ी है। ये परमेश्वर ने वादा किया ਉਹਦੇ ਨਾਲ, अब्राहम दे नाल। कितना जबरदस्त वादा है। और वादा है कि जो कोई विश्वास करे और जो कुछ मंगे उसनूं वो दे देवेगा। हुण ਉਹਦੇ ਨਾਲ जो परमेश्वर वादे करता है कि तू सारे विश्वासियों का पिता होवेगा। और जो कोई भी उस वादे ते विश्वास करता, असी सारे किहदी संतान है? अब्राहम दी संतान है। असी वादे दे अनुसार, विश्वास के अनुसार। और होया कि इत्थे कि वो हुण परमेश्वर जिहड़ा है ओदा बंदे दे जीवन का 1000 साल और परमेश्वर दे जीवन का एक दिन बराबर है। और हुण जब वो देखता है और ये बंदे ने की करना है, हुण बंदे ये वादे जिहड़े हुण पूरे भी होने, देखना कि वादे जिहड़े है ये करदे किदां अगे अगे। हुण वादे कर दिते हैं, लिखती हो गए, ये वादे लिखती हो गए, उन्होंने लिख हो गया। और लिख के की करते हैं, वो दो हिस्सों के पाड़ दे। और परमेश्वर की करदा, वो यीशु मसीह दे विचों आत्मा और प्राण लैंदा है और उस आत्मा के दो हिस्से करता है, एक अपने कोल रखदा है और एक धरती के उत्ते वो भेज दिंदा है। हालेलुया। और ये जिहड़ा वादा है अब्राहम का वादा जिहड़ा है वो सिर्फ इन्ना ही है कि उन्हें विश्वास करना है, उन्हें शक नहीं करना है बिल्कुल परमेश्वर के उत्ते। और परमेश्वर का वादा है कि उन्हें उन्होंने बचाउणा है। ये दोने जने एक दूजे के इन्ने ज़्यादा मित्र हैं, इन्ने मित्र हैं, ना उन्ने ही घट होना है तो ना उन्ने ही घट होना है। हुण हुंदा की है कि ये सारे ही हुण अपने अपने वादियां दे उत्ते नहीं खरे उतरना है। जब वादे हुण अब्राहम जिहड़ा है वो परमेश्वर दे नाल गल करदा है। जो परमेश्वर ने उन्होंने कहा है कि तेरी 13 नंबर दे विच ते अब्राहम ने आख्या कि सच जान कि तेरी अंश जिहड़ी है वह परदेसी होवेगी। वो हुण घबरा जांदा भी ये किदां कि तेरी अंश जिहड़ी परदेसी होवेगी ते गुलामी दे विच जावेगी। पर आखिर दे विच 15 दे विच प्रभु कह रहा कि तू अपने प्यो दादियां दे कोल शांति नाल जावेगा, भी तू टेंशन ना लै,
ਤੂੰ ਕਿਸੇ ਗੁਲਾਮੀ ਦੇ ਵਿੱਚ ਨਹੀਂ ਜਾਵੇਂਗਾ, ਤੇਰਾ ਕੁਛ ਨਹੀਂ ਹੋਵੇਗਾ, ਤੂੰ ਸ਼ਾਂਤੀ ਦੇ ਨਾਲ ਜਾਵੇਂਗਾ। ਔਰ ਹੁੰਦਾ ਕਿ ਉਹਦੀ ਅੰਸ਼ ਜਿਹੜੀ ਹੈ ਉਹਦੇ ਵਿੱਚੋਂ ਜਿਹੜੇ ਲੋਕ ਨਿਕਲਣੇ ਹਨ ਉਹਨਾਂ ਨੇ ਗੁਲਾਮੀ ਦੇ ਵਿੱਚ ਜਾਣਾ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਉਹਦੀ ਚੌਥੀ ਪੀੜ੍ਹੀ ਜਿਹੜੀ ਆਉਂਦੀ ਹੈ, ਜਾਂ ਚੌਥੀ ਪੀੜ੍ਹੀ ਉੱਥੇ ਆ ਜਾਂਦੀ ਹੈ। ਅਬਰਾਹਮ ਤੋਂ ਇਸਾਕ, ਇਸਾਕ ਤੋਂ ਯਾਕੂਬ, ਔਰ ਯਾਕੂਬ ਤੋਂ ਅੱਗੇ ਯਹੂਦਾ। ਪਹਿਲਾਂ ਭਾਵੇਂ ਰੋਬਿਨ ਸੀਗਾ, ਪਰ ਇਹ ਯਹੂਦਾ ਤੋਂ ਹੀ ਉਹਨੂੰ ਅੱਗੇ ਗਿਣਿਆ ਜਾਂਦਾ ਹੈ। ਔਰ ਇਹ ਲੋਕ ਜਿਹੜੇ ਆ ਗੁਲਾਮੀ ਦੇ ਵਿੱਚ ਕਿੱਦਾਂ ਚੱਲ ਜਾਂਦੇ ਹਨ, ਕਿਉਂਕਿ ਵਾਅਦੇ ਹੁਣ ਵਾਅਦੇ ਆ, ਜਦ ਵਾਅਦੇ ਪਰਖ ਵੀ ਆਉਂਦੀ ਵਿੱਚ। ਔਰ ਇੱਥੇ ਇੱਕ ਗੱਭੇ ਚੀਜ਼ ਹੈ, ਭੁੱਖ। ਭੁੱਖ ਜਿਹੜੀ ਆ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ। ਕਿਸੇ ਨੂੰ ਪੈਸੇ ਦੀ ਭੁੱਖ ਹੋ ਸਕਦੀ ਆ, ਕਿਸੇ ਨੂੰ ਹਵਸ ਦੀ ਭੁੱਖ ਹੋ ਸਕਦੀ ਆ, ਜਾਂ ਕਿਸੇ ਨੂੰ ਪਬਲਿਸਿਟੀ ਦੀ ਭੁੱਖ ਹੋ ਸਕਦੀ ਆ। ਔਰ ਰੋਟੀ ਦੀ ਭੁੱਖ ਤਾਂ ਸਾਨੂੰ ਸਾਰਿਆਂ ਨੂੰ ਲੱਗਦੀ ਹੈ। ਉੱਥੇ ਕੀ ਹੁੰਦਾ, ਫਿਰ ਕਾਲ ਪੈ ਜਾਂਦਾ ਹੈ। ਜਦੋਂ ਅਬਰਾਹਮ ਦੀ ਚੌਥੀ ਪੀੜ੍ਹੀ ਆਉਂਦੀ ਹੈ, ਕਾਲ ਪੈ ਜਾਂਦਾ ਹੈ। ਤਾਂ ਇਹਨਾਂ ਨੇ ਹੁਣ ਨਿਕਲਿਆ ਸੀ ਬਾਬਲ ਚੋਂ, ਔਰ ਜਾਣਾ ਕਿੱਥੇ ਹੈ, ਮਿਸਰ ਦੇ ਵਿੱਚ। ਮਿਸਰ ਵੀ ਬਾਬਲ ਹੀ ਹੈ, ਕਿਉਂਕਿ ਉਹੋ ਹੀ ਲੋਕ ਉੱਥੇ ਹਨ ਜਿਹੜੀ ਗੁਲਾਮੀ ਦੇ ਵਿੱਚੋਂ ਪਹਿਲਾਂ ਉਹ ਸੀਗੇ ਲੋਕ, ਉੱਥੋਂ ਨਿਕਲੇ ਤਾਂ ਉਹ ਚੱਲ ਕਿੱਥੇ ਜਾਂਦੇ ਹਨ, ਉਸੇ ਗੁਲਾਮੀ ਦੇ ਵਿੱਚ, ਉਸੇ ਗੁਲਾਮੀ ਦੇ ਵਿੱਚ ਦੁਬਾਰਾ ਚਲੇ ਜਾਂਦੇ ਹਨ। ਔਰ ਉੱਥੇ ਹੁਣ ਉਹ ਜਾ ਕੇ ਭੁੱਲ ਜਾਂਦੇ ਸਭੋ ਕੁਛ, ਆਪਣਾ ਵਾਅਦਾ ਭੁੱਲ ਜਾਂਦੇ ਆ ਜਿਹੜਾ ਉਹਨਾਂ ਦੇ ਪਿਤਾ ਨੇ ਕੀਤਾ ਸੀ ਕਿ ਅਸੀਂ ਵਿਸ਼ਵਾਸ ਕਰਨਾ ਹੈ। ਪਰ ਪਰਮੇਸ਼ਰ ਦਾ ਵਾਅਦਾ ਯਾਦ ਰੱਖਦੇ ਆ ਕਿ ਉਹ ਸਭੋ ਕੁਛ ਕਰਦਾ ਹੈ, ਉਹ ਸਭੋ ਕੁਛ ਕਰ ਦਿੰਦਾ। ਜਿਸ ਤਰ੍ਹਾਂ ਅੱਜ ਵੀ ਹੁੰਦਾ ਹੈ, ਸਾਡਾ ਵੀ ਤਾਂ ਵਾਅਦਾ ਹੈ ਕੋਈ, ਜੇ ਅਸੀਂ ਵਿਸ਼ਵਾਸ ਕਰਾਂਗੇ ਤਾਂ ਉਹ ਸਭੋ ਕੁਛ ਕਰੇਗਾ। ਪਰ ਅਸੀਂ ਇੱਕ ਪਾਸੇ ਦਾ ਵਾਅਦਾ ਭੁੱਲ ਗਏ ਆ, ਔਰ ਇੱਕੋ ਹੀ ਪਾਸੇ ਦਾ ਸਾਨੂੰ ਯਾਦ ਹੈ ਕਿ ਉਹ ਕਰੇਗਾ, ਉਹ ਕਰੇਗਾ। ਆਪਣਾ ਵਾਅਦਾ ਵੀ ਯਾਦ ਰੱਖਣਾ ਹੈ। ਇੱਦਾਂ ਹੀ ਉਹ ਲੋਕ ਜਿਹੜੇ ਸੀ ਆਪਣਾ ਵਾਅਦਾ ਭੁੱਲ ਗਏ, ਔਰ ਉਹਦਾ ਵਾਅਦਾ ਜਿਹੜਾ ਹੈ ਉਹ ਯਾਦ ਹੈ। ਔਰ ਹੁੰਦਾ ਫਿਰ ਕੀ ਆ, ਫਿਰ ਉੱਥੇ ਗੁਲਾਮਾਂ ਵਾਂਗੂ ਜੀਂਦੇ ਆ, ਕਿਉਂਕਿ ਆਪਣਾ ਤਾਂ ਵਾਅਦਾ ਯਾਦ ਹੀ ਇਹਨਾਂ ਨੂੰ। ਉਹਨਾਂ ਨੂੰ ਫਿਰ ਵਾਅਦਾ ਯਾਦ ਕਰਾਉਣਾ ਹੁੰਦਾ ਹੈ। ਮੂਸਾ ਵੀ ਉਸੇ ਹੀ ਅਬਰਾਹਮ ਦਾ ਹੀ ਵੰਸ਼ ਹੈ। ਹਾਲੇਲੂਇਆ। ਔਰ ਉਹਨੂੰ ਯਾਦ ਸੀ। ਮੈਂ ਕਹਾਣੀ ਵਾਂਗੂ ਸੁਣਾਉਂਦਾ ਤੁਹਾਨੂੰ ਬਾਅਦ 'ਚ ਪਤਾ ਲੱਗਣਾ ਕਿ ਅਸੀਂ ਕਿੱਥੇ ਹਾਂ। ਔਰ ਉਹ ਜਿਹੜਾ ਇਸਰਾਇਲ ਹੈ ਨਾ ਉੱਥੇ ਗੁਲਾਮੀ ਦੇ ਵਿੱਚ, ਉਹ ਸਰੀਰਕ ਇਸਰਾਇਲ ਹੈ, ਅਸੀਂ ਆਤਮਿਕ ਇਸਰਾਇਲ ਹਾਂ। ਅਸੀਂ ਵੀ ਇਹ ਦੇਖਣਾ ਕਿ ਸਾਡੇ ਨਾਲ ਕਿੱਦਾਂ ਹੁੰਦਾ। ਮੈਂ ਪਹਿਲਾਂ ਉਹਨਾਂ ਦੀ ਦੱਸਦਾ ਵੀ ਕਿ ਉਹਨਾਂ ਦੇ ਨਾਲ ਕਿੱਦਾਂ ਹੁੰਦਾ। ਉਹ ਜਦੋਂ ਆਪਣਾ ਵਾਅਦਾ ਭੁੱਲ ਗਏ ਔਰ ਉੱਥੇ ਜਾ ਕੇ ਗੁਲਾਮੀ 'ਚ ਫਸ ਗਏ, ਔਰ ਉੱਥੇ ਗੁਲਾਮੀ ਦੇ ਵਿੱਚ ਫਸ ਗਏ ਤਾਂ ਪਰਮੇਸ਼ਰ ਕੀ ਕਰਦਾ, ਉਹਨਾਂ ਨੂੰ ਫਿਰ ਉਹਨਾਂ ਦਾ ਵਾਅਦਾ ਯਾਦ ਕਰਾਉਂਦਾ ਹੈ। ਉਹਨੇ ਕਿਹਾ ਸੀਗਾ ਕਿ 400 ਸਾਲ ਤੱਕ ਉਹ ਗੁਲਾਮੀ ਦੇ ਵਿੱਚ ਰਹਿਣਗੇ। ਪਰਮੇਸ਼ਰ ਨਹੀਂ ਭੁੱਲਦਾ। ਪਰਮੇਸ਼ਰ ਨੇ ਜਿਹੜਾ ਵਾਅਦਾ ਕੀਤਾ ਉਹ ਕਦੀ ਨਹੀਂ ਭੁੱਲਦਾ। ਪਰਮੇਸ਼ਰ ਬੰਦਾ ਨਹੀਂ ਹੈ ਕਿ ਕਹਿ ਕੇ ਭੁੱਲ ਜਾਵੇ। ਉਹ ਆਪਣੇ ਵਾਅਦੇ ਦਾ ਪੱਕਾ ਹੈ। ਉਹ ਆਪਣੇ ਵਾਅਦੇ ਤੋਂ ਟਸ ਤੋਂ ਮਸ ਨਹੀਂ ਹੁੰਦਾ ਹੈ, ਕਿਉਂਕਿ ਉਹਨੇ ਵਾਅਦਾ ਜਿਹੜਾ ਦਿੱਤਾ ਉਹਨੇ ਆਪਣਾ ਹੀ ਲਹੂ ਬਹਾ ਦਿੱਤਾ ਹੈ। ਉਹਨੇ ਆਪਣੇ ਸਰੀਰ ਦੇ ਉੱਤੇ ਵਾਅਦਾ ਕੀਤਾ ਹੈ। ਔਰ ਅਬਰਾਹਮ ਜਿਹੜਾ ਹੈ, ਉਹਦਾ ਵੰਸ਼ ਜਿਹੜਾ ਹੈ, ਉਹ ਹੌਲੀ ਹੌਲੀ ਵਾਅਦਿਆਂ ਤੋਂ ਲਾਂਭੇ ਹੋ ਜਾਂਦਾ ਕਈ ਵਾਰ। ਔਰ ਹੋਇਆ ਕਿ ਇਹਦੇ ਵਿੱਚ ਜਦੋਂ ਗੁਲਾਮੀ ਦੇ ਵਿੱਚ ਚਲੇ ਗਏ ਤਾਂ ਉਹਨਾਂ ਨੂੰ ਗੁਲਾਮੀ ਦੇ ਵਿੱਚੋਂ ਕੱਢਣ ਦੇ ਲਈ ਫਿਰ ਮੂਸਾ ਆਉਂਦਾ ਹੈ। ਆਪਾਂ ਹੁਣ ਇੱਥੇ ਥੋੜ੍ਹੀ ਦੇਰ ਰੁਕਦੇ ਹਾਂ, ਅਸੀਂ ਆਪਣੇ ਤੇ ਆ ਜਾਂਦੇ ਹਾਂ। ਅਸੀਂ ਵੀ ਕਿਸੇ ਬਾਬੁਲ ਦੇ ਵਿੱਚੋਂ ਨਿਕਲੇ ਹਾਂ। ਅਸੀਂ ਸਾਰੇ ਮੂਰਤੀ ਪੂਜਕ ਸੀਗੇ। ਹੁਣ ਤੇ ਨਹੀਂ ਕੋਈ ਮੂਰਤੀ ਪੂਜਾ ਕਰਦਾ। ਮੂਰਤੀ ਪੂਜਾ ਪਾਪ ਹੈ ਪਰਮੇਸ਼ਰ ਦੀ ਨਜ਼ਰ ਦੇ ਵਿੱਚ। ਅਸੀਂ ਇੱਕ ਬਾਬੁਲ ਦੇ ਵਿੱਚ ਸੀਗੇ ਜਿੱਥੇ ਸਾਡੇ ਪੇ ਦਾਦੇ ਅਸੀਂ ਸਾਰੇ ਹੀ ਮੂਰਤੀ ਪੂਜਾ ਦੇ ਵਿੱਚ ਫਸੇ ਸੀਗੇ। ਔਰ ਅਸੀਂ ਇੱਕ ਜਗ੍ਹਾ ਤੇ ਆ ਗਏ ਹਾਂ। ਔਰ ਹੋਇਆ ਕਿ ਅਸੀਂ ਉੱਥੋਂ ਨਿਕਲ ਕੇ ਸਾਨੂੰ ਇੱਕ ਭੁੱਖ ਲੱਗੀ। ਜਦ ਅਸੀਂ ਜਾਣ ਲਿਆ ਵੀ ਮੂਰਤੀ ਪੂਜਾ ਵਗੈਰਾ ਕੁਛ ਨਹੀਂ, ਸਾਨੂੰ ਇੱਕ ਭੁੱਖ ਲੱਗੀ। ਭੁੱਖ ਸਾਨੂੰ ਕਾਹਦੀ ਲੱਗੀ? ਵਚਨ ਦੀ, ਸੱਚੇ ਵਚਨ ਦੀ ਭੁੱਖ। ਅਸੀਂ ਚੱਲ ਗਏ ਤੇ ਗਏ, ਅਸੀਂ ਮਿਸ਼ਨਾਂ ਦੇ ਵਿੱਚ ਜਥੇਬੰਦੀਆਂ 'ਚ ਜਾ ਕੇ ਵੜ ਗਏ। ਉਹ ਕੀ ਹੈ? ਉਹ ਮਿਸਰ ਹੈ, ਆਤਮਿਕ ਗੁਲਾਮੀ। ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਹੜੀਆਂ ਚਰਚਾਂ ਹਨ ਉਹਨਾਂ ਨੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ। ਲੋਕ ਪ੍ਰਭੂ ਯਿਸੂ ਮਸੀਹ ਨਾਲੋਂ ਪਾਸਟਰ ਦੀ ਗੁਲਾਮੀ ਜ਼ਿਆਦਾ ਕਰਦੇ ਹਨ। ਚਰਚਾਂ ਨੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ। ਜਿਸ ਤਰ੍ਹਾਂ ਅਸੀਂ ਸੁਣਦੇ ਰਹਿੰਦੇ ਆਲੇ ਦੁਆਲੇ, ਇੱਕ ਬੰਦਾ ਜਦੋਂ ਪਾਸਟਰ ਬਣ ਜਾਂਦਾ ਹੈ ਨਾ ਤਾਂ ਉਹ ਫਿਰ ਕਹਿੰਦਾ ਕਿ ਲੋਕਾਂ ਨੂੰ ਜਿਹੜੇ ਉਹਦੇ ਮੋਹਰੇ ਬੈਠੇ ਹੁੰਦੇ ਹਨ, ਉਹਦੇ ਦਾਇਰੇ 'ਚ ਹੁੰਦੇ ਆ, ਤੁਸੀਂ ਜਿਹੜਾ ਕੰਮ ਕਰਦੇ ਹੋ ਉਹੋ ਹੀ ਕਰੀ ਜਾਓ, ਉਹੋ ਹੀ ਕੰਮ ਕਰੀ ਜਾਓ ਜਿਹੜਾ ਕਰਦੇ ਆ। ਜੇ ਕੋਈ ਬਾਲ ਕੱਟਦਾ ਤਾਂ ਕਹਿੰਦੇ ਬਾਲ ਕੱਟੀ ਜਾਓ। ਜੇ ਕੋਈ
ਮਿਸਤਰੀ ਦਾ ਕੰਮ ਕਰਦਾ, ਕਹਿੰਦੇ ਮਿਸਤਰੀ ਦਾ ਕੰਮ ਕਰੀ ਜਾਓ ਕਿਉਂਕਿ ਪ੍ਰਚਾਰ ਕਰਨਾ ਮੇਰਾ ਕੰਮ ਹੈ ਕਹਿੰਦੇ। ਔਰ ਅਗਲੀ ਗੱਲ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਜਾਓ ਚੇਲੇ ਬਣਾਓ। ਔਰ ਉਹਨਾਂ ਨੂੰ ਇਹ ਪਤਾ ਨਹੀਂ ਵੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਮੇਰੇ ਚੇਲੇ ਬਣਾਓ। ਉਹਨੇ ਕੀ ਕੀਤਾ, ਆਪਣੇ ਚੇਲੇ ਬਣਾ ਕੇ ਬੈਠ ਗਏ, ਆਪਣੇ ਹੀ ਚੇਲੇ ਬਣਾ ਲਏ। ਪਾਸਟਰਾਂ ਨੇ ਲੋਕਾਂ ਨੂੰ ਆਪਣੇ ਚੇਲੇ ਬਣਾ ਕੇ ਰੱਖ ਲਿਆ ਹੈ। ਇਦਾਂ ਨਹੀਂ ਸੀਗਾ, ਉਹਨੇ ਕਿਹਾ ਸੀ ਚੇਲੇ ਬਣਾਓ ਤੇ ਲੋਕ ਜਾ ਕੇ ਪ੍ਰਚਾਰ ਕਰਨ। ਪਰ ਪਾਸਟਰ ਕੀ ਕਰਦੇ ਕਿ ਨਹੀਂ, ਲੋਕ ਨਾ ਪ੍ਰਚਾਰ ਕਰਨ, ਲੋਕ ਇੱਥੇ ਹੀ ਆ ਜਾਣ, ਲੋਕ ਮੇਰੇ ਤੋਂ ਸੁਣੀ ਜਾਣ, ਮੈਂ ਹੀ ਇਕੱਲਾ ਪ੍ਰਚਾਰ ਕਰਾਂ। ਮੈਨੂੰ ਭਾਵੇਂ 300 ਕਿਲੋਮੀਟਰ ਤੋਂ ਆਉਣਾ ਪਵੇ, ਮੈਨੂੰ ਭਾਵੇਂ ਜੋ ਮਰਜ਼ੀ ਕਰਨਾ ਪਵੇ। ਔਰ ਉਹ ਨਹੀਂ ਚਾਹੁੰਦੇ ਕਿ ਲੋਕ ਜ਼ਿਆਦਾ ਲੋਕ ਪ੍ਰਚਾਰ ਕਰਨ, ਕਿਉਂਕਿ ਉਹਨਾਂ ਦਾ ਇੱਕ ਹਿਸਾਬ ਦਾ ਇਹੋ ਬਿਜ਼ਨਸ ਬਣ ਗਿਆ ਹੈ, ਬਿਜ਼ਨਸ ਬਣ ਗਿਆ ਹੈ। ਉਹ ਨਹੀਂ ਚਾਹੁੰਦੇ ਕਿ ਲੋਕ ਪ੍ਰਚਾਰ ਕਰਨ। ਔਰ ਅਸੀਂ ਕਹਿੰਦੇ ਸਾਰੇ ਹੀ ਪ੍ਰਚਾਰ ਕਰੋ, ਸਾਰੇ ਹੀ ਪ੍ਰਚਾਰ ਕਰੋ। ਜਿਹਨੂੰ ਵੀ ਪਰਮੇਸ਼ਰ ਦਾ ਆਤਮਾ ਗਵਾਈ ਦਿੰਦਾ ਪ੍ਰਚਾਰ ਕਰੋ, ਪ੍ਰਚਾਰ ਕਰੋ ਸਾਰੇ ਜਣੇ। ਇਹ ਕੋਈ ਏਜੰਸੀ ਨਹੀਂ ਕਿ ਮੈਂ ਲੈ ਲਿਆ ਤਾਂ ਮੈਂ ਹੀ ਕਰਨੀ ਹੈ। ਜਿਹਨੂੰ ਵੀ ਪ੍ਰਭੂ ਨੇ ਜਿਹਦੇ ਅੰਦਰ ਟੈਲੈਂਟ ਰੱਖਿਆ ਹੈ, ਜਿਹੜਾ ਪ੍ਰਚਾਰ ਕਰ ਸਕਦਾ ਹੈ, ਉਹ ਪ੍ਰਚਾਰ ਕਰੇ। ਇਹ ਇੱਕ ਬੰਦਾ ਨਹੀਂਗਾ ਕੋਈ ਵੀ ਕਿ ਬਸ ਮੈਂ ਇੱਥੇ ਖੜਾ ਹੋ ਗਿਆ ਤਾਂ ਮੈਂ ਕਹਾਂ ਨਹੀਂ ਨਹੀਂ ਨਹੀਂ, ਮੈਨੂੰ ਲੱਗਦਾ ਕਿ ਭਾਈ ਵਿੱਚੋਂ ਕੋਈ ਵਧੀਆ ਬੋਲ ਸਕਦਾ ਹੈ, ਵਧੀਆ ਸਮਝਾ ਸਕਦਾ। ਨਹੀਂ ਨਹੀਂ, ਉਹਨੂੰ ਫਿਰ ਕਹਿੰਦਾ ਜਿਹੜਾ ਕੰਮ ਕਰਦਾ ਉਹ ਹੀ ਕਰੀ ਜਾ, ਤੈਨੂੰ ਪ੍ਰਭੂ ਨੇ ਉੱਥੋਂ ਹੀ ਚੱਕ ਲੈਣਾ ਹੈ। ਇਹ ਕੀ ਹੈ? ਇਹ ਮਾਨਸਿਕ ਗੁਲਾਮੀ ਹੈ। ਅਸੀਂ ਨਿਕਲ ਕੇ ਮੂਰਤੀ ਪੂਜਾ ਦੇ ਵਿੱਚੋਂ ਤੇ ਆ ਕਿੱਥੇ ਗਏ ਹਾਂ? ਮਿਸਰ ਦੇ ਵਿੱਚ। ਔਰ ਮਿਸਰ ਜਿਹੜਾ ਅੱਜ ਦਾ ਮਿਸਰ, ਉਹ ਵੀ ਬੇਬੀਲੋਨ ਹੀ ਹੈ। ਔਰ ਅੱਜ ਦਾ ਬੇਬੀਲੋਨ ਜਿਹੜਾ ਹੈ ਉਹ ਕੌਣ ਹੈ? ਰੋਮਨ ਕੈਥੋਲਿਕ। ਔਰ ਸਾਰੀ ਸਿੱਖਿਆ ਜੋ ਵੀ ਹੈ ਉਹ ਰੋਮਨ ਕੈਥੋਲਿਕ ਤੋਂ ਆਉਂਦੀ ਹੈ। ਔਰ ਉੱਥੇ ਉਹਨਾਂ ਦੀ ਅਸਲ ਦੇ ਵਿੱਚ ਉਹਨਾਂ ਦੀ ਸਿੱਖਿਆ ਕਿਹੜੀ ਹੈ? ਨਿਕੋਲਾਈਆਂ ਦੀ ਸਿੱਖਿਆ। ਨਿਕੋਲਾਈਆਂ ਦੀ ਸਿੱਖਿਆ ਕੀ ਹੈ ਕਿ ਜਿੱਥੇ ਵਚਨ ਹੋਣਾ ਚਾਹੀਦਾ ਸੀ ਉੱਥੇ ਮਨੁੱਖ ਆ ਗਿਆ। ਬੰਦਾ ਕੁਛ ਨਹੀਂ ਆ, ਸਭੋ ਕੁਛ ਵਚਨ ਹੈ। ਜਦ ਵਚਨ ਆਉਂਦਾ ਹੈ ਤਾਂ ਤੁਸੀਂ ਚੰਗੇ ਹੋ ਜਾਂਦੇ ਹੋ। ਜਦ ਤੁਹਾਨੂੰ ਵਚਨ ਦੀ ਸਮਝ ਆ ਜਾਂਦੀ ਹੈ, ਜਦ ਤੁਹਾਨੂੰ ਆਹ ਸਮਝ ਲੱਗ ਜਾਣਾ ਕਿ ਤੁਹਾਡਾ ਵਾਅਦਾ ਕੀ ਹੈ, ਤੁਸੀਂ ਚੰਗੇ ਪਤਾ ਕਿਉਂ ਨਹੀਂ ਹੁੰਦੇ? ਤੁਸੀਂ ਆਪਣਾ ਵਾਅਦਾ ਭੁੱਲ ਜਾਂਦੇ ਹੋ, ਉਹਦਾ ਵਾਅਦਾ ਯਾਦ ਰੱਖਦੇ ਹੋ ਕਿ ਉਹ ਕਹਿੰਦਾ ਮੈਂ ਚੰਗਾ ਕਰਨ ਵਾਲਾ ਹਾਂ। ਔਰ ਉਹ ਚੰਗਾ ਤਦੇ ਕਰੇਗਾ ਜਦ ਤੁਹਾਡਾ ਵਾਅਦਾ ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਅੰਸ਼ਗੇ ਦੀ ਹੋ, ਤੁਸੀਂ ਕਿੱਥੋਂ ਨਿਕਲੇ ਸੀ, ਕਿੱਥੇ ਜਾਣਾ ਹੈ। ਔਰ ਜਾਣਾ ਕਿੱਥੇ ਹੈ ਸਾਰਿਆਂ ਨੇ। ਔਰ ਉਹ ਜਿਹੜੇ ਹੁਣ ਉੱਥੇ ਫਿਰ ਉਹ ਭੁੱਲਿਓ ਨਾ, ਉਹ ਉੱਥੇ ਖੜੇ ਹਨ ਕਿ ਮੂਸਾ ਹੈ, ਉਹਨਾਂ ਨੂੰ ਯਾਦ ਕਰਾਉਣਾ ਉਹਨੇ ਉਹਨਾਂ ਦਾ ਵਾਅਦਾ। ਔਰ ਉਹਨੇ ਉਹਨਾਂ ਨੂੰ ਉੱਥੋਂ ਬੁਲਾ ਕੇ ਲਿਆਉਣਾ ਹੈ। ਅਸੀਂ ਇੱਧਰੋਂ ਸਾਨੂੰ ਪ੍ਰਭੂ ਬੁਲਾਉਂਦਾ, ਕਹਿੰਦਾ ਕਿ ਮੇਰੇ ਲੋਕੋ ਉਹਨਾਂ ਦੇ ਵਿੱਚੋਂ ਨਿਕਲ ਆਓ। ਉੱਧਰੋਂ ਮੂਸਾ ਉਹਨਾਂ ਨੂੰ ਕਹਿੰਦਾ ਕਿ ਬਾਹਰ ਨਿਕਲ ਆਓ। ਹੁਣ ਇਹ ਦੋਨਾਂ ਨੇ ਇਕੱਠਿਆਂ ਨੇ ਚੱਲਣਾ ਹੈ। ਉਹ ਸਰੀਰਕ ਇਸਰਾਇਲ ਹੈ ਔਰ ਅਸੀਂ ਆਤਮਿਕ ਇਸਰਾਇਲ ਹਾਂ। ਔਰ ਉੱਥੇ ਜਦੋਂ ਨਿਕਲ ਆਉਂਦੇ ਹਨ, ਜਦੋਂ ਨਿਕਲ ਕੇ ਆਉਂਦੇ ਤਾਂ ਅੱਗੇ ਹੈਗਾ ਲਾਲ ਸਮੁੰਦਰ। ਔਰ ਜਦੋਂ ਇਹ ਵਿਸ਼ਵਾਸੀ ਲੋਕ ਨਿਕਲ ਕੇ ਆਉਂਦੇ ਆ, ਇਹਨਾਂ ਦਾ ਲਾਲ ਸਮੁੰਦਰ ਕਿਹੜਾ ਆ ਜਾਂਦਾ ਕਿ ਇਹਨਾਂ ਦੇ ਲਈ ਲਾਲ ਸਮੁੰਦਰ ਬਪਤਿਸਮਾ ਹੀ ਬਣ ਗਿਆ ਹੈ। ਇਹ ਕਹਿੰਦੇ ਜੇ ਬਪਤਿਸਮਾ ਲੈ ਲਿਆ ਤੇ ਪਤਾ ਨਹੀਂ ਕੀ ਹੋ ਜਾਣਾ, ਵਿਸ਼ਵਾਸ ਨਹੀਂ ਕਰਦੇ। ਔਰ ਉਧਰਲੇ ਪਾਸੇ ਉਹ ਕਹਿੰਦੇ ਵੀ ਲਾਲ ਸਮੁੰਦਰ ਦੇ ਵਿੱਚ ਚਲ ਗਏ ਤੇ ਖਰੇ ਅਸੀਂ ਡੁੱਬ ਜਾਣਾ। ਔਰ ਉਹ ਵਾਅਦੇ ਨੂੰ ਨਹੀਂ ਯਾਦ ਰੱਖਿਆ ਉਹਨਾਂ ਨੇ, ਉਹ ਸਭ ਕੁਝ ਭੁੱਲ ਗਏ ਹਨ। ਪਰ ਮੂਸਾ ਨੂੰ ਵਾਅਦਾ ਯਾਦ ਹੈ, ਕਿਉਂਕਿ ਮੂਸਾ ਨੂੰ ਉਹ ਆਪ ਯਾਦ ਕਰਾਉਂਦਾ। ਇੱਕ ਦਿਨ ਆ ਕੇ ਮੂਸਾ ਨੂੰ ਉਹ ਸ਼ੁਰੂ ਤੋਂ ਲੈ ਕੇ ਯਾਦ ਕਰਾਉਂਦਾ ਹੈ, ਝਾੜੀ ਦੇ ਵਿੱਚ ਆ ਕੇ, ਕਿ ਮੇਰਾ ਵਾਅਦਾ ਜਿਹੜਾ ਮੈਂ ਭੁੱਲਿਆ ਨਗਾ, ਤੁਸੀਂ ਆਪਣੇ ਵਾਅਦੇ ਭੁੱਲ ਗਏ ਆ। ਔਰ ਮੂਸਾ ਕੀ ਕਰਦਾ? ਲਾਲ ਸਮੁੰਦਰ ਦੇ ਜਦੋਂ ਆਉਂਦੇ ਸਾਰੇ ਡਰ ਜਾਂਦੇ। ਓਹ ਕਹਿੰਦੇ ਵੀ ਆਹ ਕਹਿੰਦੇ ਕਿਹੜੀ ਬਿਪਤਾ 'ਚ ਪਾਤਾ, ਹੁਣ ਤਾਂ ਅਸੀਂ ਇੱਥੇ ਆ ਕੇ ਡੁੱਬ ਕੇ ਮਰ ਜਾਣਾ। ਔਰ ਇੱਥੇ ਜਦੋਂ ਮਿਸ਼ਨ ਦੇ ਵਿੱਚੋਂ ਨਿਕਲਣ ਦੀ ਬੰਦਾ ਕੋਸ਼ਿਸ਼ ਕਰਦਾ, ਬਪਤਿਸਮਾ ਉਹਦੇ ਲਈ ਲਾਲ ਸਮੁੰਦਰ ਬਣ ਜਾਂਦਾ ਹੈ। ਉਹ ਕਹਿੰਦਾ ਮੇਰੇ ਤਾਂ ਕਹਿੰਦਾ ਉੱਥੇ ਮੇਰੇ ਪਾਦਰੀ ਸਾਹਿਬ ਨੇ 40 ਸਾਲ ਤੋਂ ਪ੍ਰਚਾਰ ਕਰਦਾ, ਉਹਨੇ ਵੀ ਬਪਤਿਸਮਾ ਲਿਆ ਸੀ। ਉਹਦਾ ਗਾਹਾਂ ਪਾਦਰੀ ਸੀ, ਉਹਨੇ ਵੀ ਬਪਤਿਸਮਾ ਲਿਆ ਸੀ। ਉਹਨੂੰ ਇਹ ਲਾਲ ਸਮੁੰਦਰ ਲੱਗਦਾ ਹੈ, ਬਪਤਿਸਮਾ ਉਹਨਾਂ ਲਈ ਲਾਲ ਸਮੁੰਦਰ ਬਣ ਜਾਂਦਾ ਹੈ। ਅਰੇ ਫਿਰ ਪ੍ਰਭੂ ਯਾਦ ਕਰਾਉਂਦਾ ਹੈ। ਜਦ ਕੋਈ ਮੂਸਾ ਵਰਗਾ ਕੋਈ ਪਾਸਟਰ ਤੁਹਾਨੂੰ ਮਿਲਦਾ ਹੈ, ਉਹ ਯਾਦ ਕਰਾਉਂਦਾ ਕਿ ਇਹ ਉਹਦਾ ਵਾਅਦਾ ਹੈ, ਜਿਹੜਾ ਤੋਬਾ ਕਰੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ। ਔਰ ਉਸ ਤੋਂ ਬਾਅਦ ਕਹਿੰਦਾ ਚਲੋ ਲੈ ਲੈਂਦੇ ਆ, ਉਹ ਵੀ ਆ ਜਾਂਦੇ ਆ ਬਪਤਿਸਮਾ ਲੈ ਕੇ, ਫਿਰ ਅੱਗੇ ਆਉਂਦੇ ਆ ਉਹ। ਔਰ ਇਹ ਵੀ ਜਦੋਂ ਬਪਤਿਸਮਾ ਲੈ ਕੇ ਅੱਗੇ ਨਿਕਲਦੇ ਹਨ ਤੇ ਅੱਗੇ ਫਿਰ ਵਿਪਤਾਵਾਂ ਘਟਦੀਆਂ ਨੇਗੀਆਂ। ਅੱਗੇ ਫਿਰ ਜੰਗਲੀ ਸੱਪ, ਉਹ ਲੜੀ ਜਾਂਦੇ ਤਾਂ ਮਰੀ ਜਾਂਦੇ। ਹੁਣ ਇੱਧਰ ਕੀ ਹੈ? ਉਹ ਜਦੋਂ ਉੱਥੇ ਆਉਂਦੇ ਹਨ, ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਜਦੋਂ ਉੱਥੋਂ ਆ ਗਏ, ਅਸੀਂ ਮਸੀਹੀ ਬਣ ਗਏ, ਅਸੀਂ ਬਿਮਾਰ ਹੁੰਦੇ ਹਾਂ, ਸਾਨੂੰ ਬਿਪਤਾ ਆ ਜਾਂਦੀਆਂ ਹੈ, ਸਾਨੂੰ ਵੀ ਜਿੱਦਾਂ ਜੰਗਲੀ ਸੱਪ ਸਮਝੋ।
ਅਸੀਂ ਆ ਕੇ ਫਸ ਜਾਂਦੇ ਬਿਮਾਰ। ਉਧਰੋਂ ਜਦੋਂ ਆਉਂਦੇ ਆ ਜੰਗਲ ਦੇ ਵਿੱਚ ਆ ਜਾਂਦੇ ਤਾਂ ਉਹ ਲੋਕ ਬਿਮਾਰ ਹੋਣ ਲੱਗਦੇ ਆ, ਉਹ ਮਰਨ ਲੱਗਦੇ ਆ। ਤੇ ਮੂਸਾ ਉਹਨਾਂ ਨੂੰ ਕੀ ਯਾਦ ਕਰਾਉਂਦਾ ਹੈ ਕਿ ਉਹਦਾ ਵਾਅਦਾ ਹੈ ਚੰਗਾ ਕਰਨ ਵਾਲਾ ਪਰਮੇਸ਼ਰ ਹੈ। ਔਰ ਵਾਅਦਾ ਕਿੱਦਾਂ ਯਾਦ ਕਰਾਉਂਦਾ ਹੈ? ਔਰ ਇੱਕ ਉਹ ਲੱਕੜ ਗੱਡਦਾ, ਉਹਦੇ ਉੱਤੇ ਸੱਪ ਨੂੰ ਟੰਗ ਦਿੰਦਾ ਹੈ। ਜਦੋਂ ਅਸੀਂ ਬਿਮਾਰ ਹੋ ਜਾਂਦੇ ਸਾਨੂੰ ਅਸੀਂ ਭੁੱਲ ਜਾਂਦੇ ਹਾਂ। ਔਰ ਮੂਸਾ ਉਹਨਾਂ ਨੂੰ ਯਾਦ ਕਰਾਉਂਦਾ ਕਿ ਉਹਦੇ ਤੇ ਰੱਖੋ, ਧਿਆਨ ਰੱਖੋ ਉਹਦੇ ਤੇ, ਤਾਂ ਤੁਸੀਂ ਸਾਰੇ ਬਚ ਜਾਓਗੇ। ਮੂਸਾ ਉਹਨਾਂ ਨੂੰ ਕੋਈ ਦਵਾਈਆਂ ਨਹੀਂ ਦਿੰਦਾ, ਉਹਨਾਂ ਨੂੰ ਦੋ ਹੀ ਮੰਤਰ ਦਿੰਦਾ। ਇੱਕ ਹੈ ਕਿ ਉਹਦੇ ਵੱਲ ਤੱਕਦੇ ਰਹੋ ਔਰ ਉਹ ਤੁਹਾਨੂੰ ਚੰਗਾ ਕਰਨ ਵਾਲਾ ਹੈ। ਇਹ ਵਾਅਦਾ ਕਿਹਦੇ ਲਈ ਆ? ਮੂਸਾ ਹੋਣਾ ਲਈ ਆ। ਅਸੀਂ ਕੌਣ ਹੈ? ਅਸੀਂ ਉਹ ਇਸਰਾਏਲੀ ਹਾਂ। ਉਹ ਜ਼ਮੀਨੀ ਤੌਰ ਤੇ ਨਿਕਲ ਕੇ ਆ ਰਹੇ ਹਾਂ, ਅਸੀਂ ਆਤਮਿਕ ਤੌਰ ਤੇ ਨਿਕਲ ਕੇ ਆ ਰਹੇ ਹਾਂ ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ। ਤੇ ਮੈਂ ਤੁਹਾਨੂੰ ਯਾਦ ਕਰਾਉਣਾ ਕਿ ਉਹਦੇ ਵੱਲ ਤੱਕਦੇ ਰਹੋ। ਉਹਦਾ ਵਾਅਦਾ ਹੈ ਕਿ ਉਹ ਚੰਗਾ ਕਰਨਾ ਜਾਣਦਾ ਹੈ। ਤੁਸੀਂ ਆਪਣਾ ਵਾਅਦਾ ਯਾਦ ਰੱਖੋ ਕਿ ਤੁਸੀਂ ਕੀ ਕਰਨਾ ਹੈ। ਤੁਸੀਂ ਆਪਣਾ ਵਾਅਦਾ ਯਾਦ ਨਹੀਂ ਰੱਖਦੇ। ਔਰ ਜਦ ਅਸੀਂ ਵੀ ਉਹਦੇ ਵੱਲ ਤੱਕਦੇ ਹਾਂ ਤਾਂ ਕੀ ਹੋ ਜਾਂਦੇ ਆ? ਚੰਗੇ ਹੋ ਜਾਂਦੇ। ਔਰ ਉਸ ਤੋਂ ਬਾਅਦ ਹੁਣ ਉਹਨਾਂ ਨੇ ਕੀ ਕਰਨਾ ਹੈ? ਹੁਣ ਅੱਗੇ ਆ ਜਾਂਦੇ, ਉਹ ਬਾਰਡਰ ਦੇ ਉੱਤੇ ਆ ਜਾਂਦੇ। ਔਰ ਬਾਰਡਰ ਕੀ ਹੈ? ਅੱਛਾ, ਉਹਨਾਂ ਨੂੰ ਉਹਦੇ ਵਿੱਚ ਰੋਕਦੇ ਰਾਹ ਦੇ ਵਿੱਚ। ਇੱਕ ਮੈਂ ਛੱਡ ਗਿਆ, ਉਹ ਜਿਹੜਾ ਉਹਨਾਂ ਦਾ 7 ਦਿਨਾਂ ਦਾ ਹੀ ਸਫ਼ਰ ਸੀਗਾ। ਔਰ ਉਹਨਾਂ ਨੂੰ 40 ਸਾਲ ਲੱਗਦੇ ਆ। 40 ਸਾਲ ਕਿਉਂ ਲੱਗਦੇ ਆ? ਉਹਨਾਂ ਦੇ ਰਾਹ ਦੇ ਵਿੱਚ ਰਿਸ਼ਤੇਦਾਰ ਹੁੰਦੇ ਹਨ, ਮੁਆਬੀ, ਅਦੋਮੀ ਵਗੈਰਾ ਸਾਰੇ। ਤੁਹਾਡੇ ਵੀ ਰਿਸ਼ਤੇਦਾਰ ਹੁੰਦੇ ਹਨ। ਜਿੱਦਾਂ ਹੀ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ, ਤੂੰ ਤਾਂ ਆਪਣਾ ਹੁਣ ਪੇ ਬਦਲੀ ਕਰ ਲੈਣਾ, ਤੁਹਾਨੂੰ ਮਿਲਣਾ ਛੱਡ ਦੇਣਾ, ਇਹ ਤਾਂ ਸੈਣ ਬਣ ਗਈ ਆ, ਇਹ ਤਾਂ ਫਲਾਨਾ ਹੋ ਗਿਆ ਹੈ। ਹੁੰਦਾ ਕੀ ਹੈ ਫਿਰ? ਉਹ ਜਿਹੜਾ ਕੰਮ ਸਾਡਾ ਥੋੜ੍ਹੇ ਦਿਨਾਂ ਦਾ ਹੁੰਦਾ, ਉਹ ਲੰਬੇ ਸਮੇਂ ਦੇ ਵਿੱਚ ਪੈ ਜਾਂਦਾ। ਕਿਉਂਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੇ ਸਾਨੂੰ ਰੋਕਣਾ ਹੈ, ਉਹਨਾਂ ਨੂੰ ਵੀ ਰਿਸ਼ਤੇਦਾਰ ਰੋਕਦੇ। ਫਿਰ ਉਹ ਕਿੱਥੇ ਆ ਜਾਂਦੇ ਹਨ? ਕਦੇਸ ਬਰਨੀਆਂ ਦੇ ਉੱਤੇ ਇੱਕ ਜਗ੍ਹਾ ਹੈ ਜਿੱਥੇ ਉਹ ਆ ਜਾਂਦੇ ਹਨ। ਔਰ ਵਾਅਦਾ ਕਿੱਥੇ ਸੀ? ਜਿੱਥੇ ਉਹ ਅਬਰਾਹਮ ਮਰਿਆ ਸੀ, ਜਿੱਥੇ ਉਹਨਾਂ ਵਾਅਦਾ ਕੀਤਾ ਸੀ ਆਹ ਧਰਤੀ ਤੂੰ ਸਾਰੇ ਪਾਸੇ ਦੇਖ ਤੈਨੂੰ ਦੇਣ ਜਾ ਰਿਹਾ। ਔਰ ਉਹਨੇ ਦੇਣ ਜਾ ਰਿਹਾ ਨਹੀਂ ਕਿਹਾ, ਦੇਵਾਂਗੇ ਨਹੀਂ ਕਿਹਾ। ਔਰ ਉਹ 15 ਦੀ 18 ਦੇ ਵਿੱਚ ਕਹਿੰਦਾ ਹੈ ਕਿ ਇਹ ਜਗ੍ਹਾ ਤੈਨੂੰ ਦੇ ਦਿੱਤੀ ਹੈ, ਤੂੰ ਚਿੰਤਾ ਨਹੀਂ ਕਰ, ਤੂੰ ਹੁਣ ਆਪਣੇ ਬਾਪ ਦਾਦਿਆਂ ਦੇ ਕੋਲ ਜਾ ਕੇ ਸੌਂ ਆਰਾਮ ਦੇ ਨਾਲ, ਇਹ ਤੈਨੂੰ ਦੇ ਦਿੱਤੀ ਹੈ। ਔਰ ਉਸ ਜਗ੍ਹਾ ਦੇ ਵਿੱਚ ਵੜਨ ਤੋਂ ਪਹਿਲਾਂ ਉਹ ਬਾਰਡਰ ਦੇ ਉੱਤੇ ਆ ਜਾਂਦੇ ਹਨ। ਔਰ ਬਾਰਡਰ ਦੇ ਉੱਤੇ ਆ ਜਾਂਦੇ ਆ ਤਾਂ ਉਸ ਜਗ੍ਹਾ ਦੇ ਵਿੱਚ ਵੜਨਾ ਹੈ। ਤਾਂ ਉੱਥੇ ਹੁਣ 2 ਬੰਦੇ, ਉਹ 12 ਬੰਦੇ ਚੁਣਦੇ ਆ। ਔਰ 12 ਬੰਦੇ ਚੁਣ ਕੇ ਤਾਂ ਉਹਦੇ ਵਿੱਚ ਕੀ ਹੈ, 2 ਬੰਦੇ ਹੁੰਦੇ, ਉਹਨਾਂ ਦੇ ਨਾਂ ਤਾਂ ਮੈਨੂੰ ਪਤਾ ਹੈ, ਬਾਈਬਲ 'ਚ ਲਿਖੇ ਹੈ। ਔਰ ਬਾਕੀਆਂ 10 ਦੇ ਨਾਂ ਪਤਾ ਨਹੀਂ। ਉਹ 12 ਉੱਥੇ ਗੋਤਾਂ ਹੁੰਦੀਆਂ ਹਨ। ਔਰ 12 ਗੋਤਾਂ ਦੇ ਵਿੱਚ ਮੁਖੀ ਹੁੰਦੇ ਆ, ਇੱਕ ਉਹਨਾਂ ਤੋਂ ਇੱਕ ਨੂੰ ਲੈ ਲੈਂਦੇ। ਅਤੇ 2 ਬੰਦੇ ਉਹਨਾਂ ਦੇ ਵਿੱਚ ਹੁੰਦੇ, ਇੱਕ ਦਾ ਨਾਂ ਹੈ ਯਹੋਸ਼ੂਆ ਔਰ ਇੱਕ ਦਾ ਨਾਮ ਹੈ ਕਲੇਬ। ਔਰ ਉਹ ਜੋ ਜਾਂਦੇ ਹਨ, ਬਾਕੀ ਜਿਹੜੇ 10 ਆ ਕੇ ਕੀ ਕਹਿੰਦੇ ਆ? ਓ ਹੋ ਬੜਾ ਔਖਾ ਕੰਮ, ਇਹ ਮਸੀਹ ਨੂੰ ਮੰਨਣਾ ਬੜਾ ਔਖਾ ਕੰਮ ਹੈ, ਇਹਨਾਂ ਦੇ ਤਾਂ ਅੰਗੂਰ ਹੀ ਬੜੇ ਭਾਰੇ ਆ, ਇਹ ਤਾਂ ਬੜਾ ਔਖਾ ਕੰਮ ਹੈ, ਇਹ ਨਹੀਂ ਹਜਮ ਕਰ ਸਕਦੇ। ਅਮਰੂਦ ਹੀ ਇਹਨਾਂ ਦੇ ਖਤਰਨਾਕ ਆ। ਇੱਦਾਂ ਹੀ ਜਦੋਂ ਅਸੀਂ ਮਸੀਹੀ ਬਣ ਜਾਂਦੇ, ਓ ਹੋ ਇਹਨਾਂ ਦੇ ਕਾਨੂੰਨ ਬੜੇ ਸਖਤ ਆ। ਇਹ ਵਿਆਹ ਸ਼ਾਦੀਆਂ ਦੇ ਵਿੱਚ ਵੀ ਸਾਨੂੰ ਨਾ ਉਹ ਤਿਆਰ ਨਹੀਂ ਹੋਣ ਦਿੰਦੇ। ਇਹ ਸਾਨੂੰ ਕਹਿੰਦੇ ਵੀ ਬਸ ਘੋਨੀਆਂ ਮੋਨੀਆਂ ਜਿਹੀਆਂ ਬਣ ਕੇ ਰਹਿਣ। ਇਹ ਸਾਨੂੰ ਨਾ ਚੱਜ ਦੇ ਕੱਪੜੇ ਪਾਉਣ ਦਿੰਦੇ ਆ, ਇਹ ਨਾ ਸਾਨੂੰ ਚੱਜ ਨਾਲ ਤਿਆਰ ਹੋਣ ਦਿੰਦੇ ਆ। ਔਰ ਇੱਕ ਭੈਣ ਤਾਂ ਮੈਨੂੰ ਕਹਿੰਦੀ ਵੀ ਸਾਡੇ ਕੋਲ ਕੀ ਆ ਇੱਕ ਕੋਕਾ ਹੀ ਤਾਂ ਹੈ ਜਿਹੜਾ ਸਾਰੀ ਜ਼ਿੰਦਗੀ ਦੇ ਵਿੱਚ ਬਣਾਉਣਾ ਹੁੰਦਾ, ਹੋਰ ਸਾਡੀਆਂ ਕਿਹੜੀਆਂ ਜ਼ਮੀਨਾਂ ਆ, ਇਹ ਵੀ ਤੁਸੀਂ ਪਾਸਟਰ ਜੀ ਲਹਾ ਦੋਗੇ, ਸਾਡੇ ਕੋਲ ਕੀ ਬਚਣਾ। ਵੀ ਬੰਦਾ ਉੱਥੇ ਕੀ ਸਮਝਾਵੇ ਉਹਨੂੰ। ਇਹ ਤੁਹਾਡੇ ਇੱਥੇ ਦੀ ਗੱਲ ਨਹੀਂ ਗੀ, ਇਹ ਪਰਮੇਸ਼ਰ ਦਾ ਤੇ ਅਬਰਾਹਮ ਦਾ ਵਾਅਦਾ, ਉਹਦੇ ਨਾਲ ਅਸੀਂ ਚੱਲਣਾ ਹੈ। ਤੁਸੀਂ ਦੇਖੋ ਤੁਸੀਂ ਕਿੱਥੇ ਹੋ, ਤੁਸੀਂ ਕਲਪਨਾ ਕਰਕੇ ਦੇਖੋ ਕਿ ਤੁਸੀਂ ਉਹ ਇਸਰਾਏਲ ਹੋ ਜਿਹੜਾ ਧਰਤੀ ਦੇ ਉੱਤੇ ਚੱਲ ਰਿਹਾ। ਅਸੀਂ ਆਤਮਾ ਦੇ, ਅਸੀਂ ਵੀ ਉੱਥੇ ਹੀ ਜਾਣਾ ਹੈ। ਅਸੀਂ ਵੀ ਇੱਕ ਵਾਅਦਾ ਕੀਤੀ ਧਰਤੀ ਦੇ ਵਿੱਚ ਵੜਨਾ ਹੈ, ਉਹਨਾਂ ਨੇ ਵੀ ਇੱਕ ਵਾਅਦਾ ਕੀਤੀ ਧਰਤੀ ਦੇ ਵਿੱਚ ਵੜਨਾ। ਉਹ ਸਾਡਾ ਹੀ ਟਾਈਪ ਹੈ, ਕਿਉਂਕਿ ਪੁਰਾਣਾ ਨੇਮ ਜਿਹੜਾ ਹੈ ਇਹ ਨਵੇਂ ਨੇਮ ਦੀ, ਪੁਰਾਣਾ ਨੇਮ ਨਵੇਂ ਨੇਮ ਦੀ ਹੀ ਪ੍ਰਤੀਸ਼ਾ ਹੈ। ਜੋ ਕੁਝ ਉਹ ਹੋਇਆ ਹੈ ਉਹ ਸਾਡੇ ਵਿੱਚ ਦੀ ਹੋਣਾ ਹੈ। ਔਰ ਉੱਥੇ ਉਹ ਬੜਾ ਆ ਕੇ ਟੈਂਟਾਂ ਦੇ ਵਿੱਚ ਵੜ ਜਾਂਦੇ, ਕਹਿੰਦੇ ਬੜਾ ਔਖਾ, ਫਸ ਗਏ ਬਈ। ਉੱਥੇ ਠੀਕ ਸੀਗੇ, ਕਹਿੰਦੇ ਪਰਲੇ ਪਾਸੇ ਜਿੱਦਾਂ ਦੇ ਮਰਜ਼ੀ ਕੱਪੜੇ ਪਾਓ, ਜਿੱਦਾਂ ਮਰਜ਼ੀ ਰਹੋ, ਕੁਛ ਨਹੀਂ ਸੀ ਕਹਿੰਦੇ। ਬੜਾ ਪਿਆਰ ਕਰਦਾ ਸੀ, ਪਾਸਟਰ ਤਾਂ ਬੋਲਦਾ ਹੀ ਬੜੇ ਪਿਆਰ ਨਾਲ ਸੀਗਾ।
ਇੱਥੇ ਕਹਿੰਦੇ ਮਾੜਾ ਜਿਹਾ ਉਹ ਇੱਥੇ ਪਾਸਟਰ ਜਿਹੜੇ ਉਹ ਬੜੇ ਉਹ ਕੜਕ ਪਾਸਟਰ ਕੜਕ ਨੇਗੇ। ਪਾਸਟਰ ਤੁਹਾਨੂੰ ਉਹ ਵਾਅਦਾ ਯਾਦ ਕਰਾਉਂਦੇ ਆ। ਜਿਹੜਾ ਪਾਸਟਰ ਤੁਹਾਨੂੰ ਵਾਅਦਾ ਯਾਦ ਨਹੀਂ ਕਰਾਉਂਦਾ ਉਹ ਤੁਹਾਨੂੰ ਲੈ ਕੇ ਕਿੱਥੇ ਜਾਵੇਗਾ? ਕਿੱਥੇ ਲੈ ਕੇ ਜਾਵੇਗਾ? ਕਿਤੇ ਵੀ ਨਹੀਂ ਲੈ ਕੇ ਜਾਵੇਗਾ। ਪਾਸਟਰ ਦਾ ਕੰਮ ਹੈ ਤੁਹਾਨੂੰ ਉਹ ਵਾਅਦਾ ਯਾਦ ਕਰਾਉਣਾ ਜਿਹੜਾ ਮੂਸਾ ਨੇ ਪਰਮੇਸ਼ਰ ਦੇ ਨਾਲ ਕੀਤਾ ਸੀ। ਕਿਉਂਕਿ ਸਾਰੀ ਦੁਨੀਆ ਜਿਹੜੀ ਨਾ ਉਹਦੇ ਵਾਅਦੇ ਵੱਡੀਆਂ ਵੱਡੀਆਂ ਸੰਗਤਾਂ 'ਚ ਉਹਦੇ ਵਾਅਦੇ ਦੱਸੀ ਜਾਂਦੇ। ਪਰਮੇਸ਼ਰ ਤੁਹਾਨੂੰ ਬਰਕਤ ਦੇਣ ਜਾ ਰਿਹਾ ਹੈ, ਪਰਮੇਸ਼ਰ ਤੁਹਾਨੂੰ ਚੰਗਾ ਕਰਨ ਜਾ ਰਿਹਾ ਹੈ, ਉਹਦੇ ਤੇ ਦੱਸੀ ਜਾਂਦੇ, ਉਹਦੇ ਤੁਹਾਨੂੰ ਯਾਦ ਹੈ। ਤੁਹਾਡੇ ਕਿਹਨੇ ਯਾਦ ਕਰਾਉਣੇ? ਪਰਮੇਸ਼ਰ ਉਦੋਂ ਹੀ ਚੰਗਾ ਕਰਦਾ ਹੈ ਜਦੋਂ ਬੰਦਾ ਤੋਬਾ ਕਰਦਾ ਹੈ। ਹਾਲੇਲੂਇਆ। ਅਨੰਤ ਜੀਵਨ ਬਪਤਿਸਮੇ ਤੋਂ ਬਾਅਦ ਹੈ। ਇਹ ਕਿਹਨੇ ਯਾਦ ਕਰਾਉਣਾ? ਇਹ ਨਹੀਂ ਯਾਦ ਕਰਾਉਂਦੇ। ਉਹਦੇ ਤਾਂ ਉਹਨੂੰ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਗੀ। ਉਹ ਬੰਦਾ ਥੋੜੀ ਹੈ ਜਿਹੜਾ ਭੁੱਲ ਜਾਵੇ। ਉਹਨੂੰ ਉਹਦੇ ਵਾਅਦੇ ਯਾਦ ਹੈ। ਵਾਅਦੇ ਤੁਸੀਂ ਭੁੱਲ ਗਏ ਹੋ ਕਿਉਂਕਿ ਤੁਸੀਂ ਗੁਲਾਮੀ ਦੇ ਵਿੱਚ, ਇੱਕ ਗੁਲਾਮੀ ਚੋਂ ਨਿਕਲੇ ਦੂਜੀ ਗੁਲਾਮੀ ਦੇ ਵਿੱਚ ਚੱਲ ਗਏ। ਔਰ ਦੋ ਜਗ੍ਹਾ ਗੁਲਾਮੀ ਦੇ ਵਿੱਚ ਤੁਸੀਂ ਘੁੰਮਦੇ ਟੈਨਸ਼ਨਾਂ ਦੇ ਵਿੱਚ ਉਲਝਾਂ ਦੇ ਚੈਨੇ ਫਸ ਗਏ ਕਿ ਤੁਸੀਂ ਆਪਣੇ ਅਸਲ ਵਾਅਦੇ ਨੂੰ ਜਿਹੜਾ ਪਰਮੇਸ਼ਰ ਦੇ ਨਾਲ ਕੀਤਾ ਸੀ ਉਹਨੂੰ ਭੁੱਲ ਗਏ। ਔਰ ਫਿਰ ਉੱਥੇ ਦੋ ਬੰਦੇ ਹਨ ਉਹ ਜਿਹੜੇ ਕਹਿੰਦੇ ਨਹੀਂ, ਮੰਨ ਲਓ ਕਿ ਹਜ਼ਾਰਾਂ ਦੇ ਵਿੱਚੋਂ ਕੁਝ ਲੋਕ ਹੁੰਦੇ ਕਹਿੰਦੇ ਨਹੀਂ ਉੱਥੇ ਠੀਕ ਹੈ, ਉੱਥੇ ਸਾਨੂੰ ਨਾ ਵਾਅਦੇ ਯਾਦ ਕਰਾਉਂਦੇ, ਉੱਥੇ ਕੋਈ ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ। ਜਦੋਂ ਤੁਸੀਂ ਉਸ ਚੀਜ਼ ਦੀ ਅਸਲੀਅਤ ਨੂੰ ਸਮਝੋਗੇ ਤਾਂ ਤੁਹਾਨੂੰ ਕੁਝ ਵੀ ਬੁਰਾ ਨਹੀਂ ਲੱਗੇਗਾ। ਫਿਰ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਕਮੀ ਕਿੱਥੇ ਹੈ। ਤੁਸੀਂ ਆਪਣਾ ਵਾਅਦਾ ਭੁੱਲ ਗਏ ਹੋ, ਤੁਸੀਂ ਪਰਮੇਸ਼ਰ ਦੇ ਨਾਲ ਵਫਾਦਾਰ ਨਹੀਂ ਹੋ। ਔਰ ਇੱਥੇ ਵਾਅਦੇ ਵਫਾਦਾਰੀ ਦੇ ਹੈ। ਉਹਨੇ ਵੀ ਵਫਾਦਾਰ ਰਹਿਣਾ ਹੈ ਤਾਂ ਉਹਨੇ ਵੀ ਵਫਾਦਾਰ ਰਹਿਣਾ ਹੈ। ਔਰ ਦੇਖੋ ਉਹਦੇ ਵਿੱਚ ਜਦੋਂ ਅਬਰਾਹਮ ਨੂੰ ਉਹ ਚੈੱਕ ਕਰਦਾ ਹੈ ਇੱਕ ਵਾਰੀ, ਔਰ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਪੁੱਤਰ ਦੇਣ ਜਾ ਰਿਹਾ। ਔਰ ਉਹ ਲੱਗਦਾ ਇੱਦਾਂ ਵੀ ਉਹ ਭੁੱਲ ਗਿਆ। 25 ਸਾਲ ਹੋ ਗਏ, ਕਹਿੰਦਾ 25 ਸਾਲ ਹੋ ਗਏ। ਪਰ ਅਬਰਾਹਮ ਨੂੰ ਪਤਾ ਸੀ ਕਿ ਉਹਨੇ ਜਿਹੜਾ ਵਾਅਦਾ ਦਿੱਤਾ ਹੈ, ਉਹਨੇ ਤਾਂ ਲਹੂ ਦੇ ਉੱਤੇ ਵਾਅਦਾ ਦਿੱਤਾ ਹੈ, ਉਹ ਭੁੱਲ ਨਹੀਂ ਸਕਦਾ। ਤੇ ਅਬਰਾਹਮ ਵੀ ਬੜਾ ਉਹ ਪੱਕਾ ਹੈ, ਉਹ ਵੀ ਕੋਈ ਸਵਾਲ ਨਹੀਂ ਕਰਦਾ, ਉਹ ਵੀ ਆਰਾਮ ਨਾਲ ਬੈਠਾ ਰਹਿੰਦਾ। 25 ਸਾਲ ਨਿਕਲ ਜਾਂਦਾ ਔਰ 25 ਸਾਲ ਬਾਅਦ ਉਹਨੂੰ ਪਰਮੇਸ਼ਰ ਫਿਰ ਪੁੱਤਰ ਦਿੰਦਾ। ਉਹਦਾ ਨਾਂ ਇਸਾਕ ਸੀ। ਕਿਉਂਕਿ ਨਾ ਉਹ ਵਾਅਦਿਆਂ ਦਾ ਕੱਚਾ ਹੈ, ਨਾ ਇਹ ਵਿਸ਼ਵਾਸ ਦਾ ਕੱਚਾ ਹੈ। ਜੇ ਇਹ ਵਿਸ਼ਵਾਸ ਦੇ ਵਿੱਚ ਕੱਚਾ ਹੋ ਗਿਆ ਤਾਂ ਇਹ ਗਿਆ, ਉਹ ਤਾਂ ਫਿਰ ਪਰਮੇਸ਼ਰ ਹੈ। ਉਹ ਤਾਂ ਉਹਨੂੰ ਆਪਾਂ ਕਹਿ ਹੀ ਨਹੀਂ ਸਕਦੇ ਕਿ ਆਪਣਾ ਵਾਅਦਾ ਭੁੱਲ ਜਾਵੇ। ਉਹ ਨਹੀਂ ਭੁੱਲ ਸਕਦਾ। ਜੋ ਕੁਛ ਹੋਣਾ ਹੈ ਬੰਦੇ ਦੇ ਆਲੇ ਦੁਆਲੇ ਹੋਣਾ, ਕਿਉਂਕਿ ਉਹਨੇ ਬੰਦੇ ਨੇ ਜਿਹੜਾ ਵਾਅਦਾ ਕੀਤਾ ਹੈ ਇਹ ਭਾਵੇਂ ਥੋੜ੍ਹੇ ਦੁੱਖ ਦਾ ਵਾਅਦਾ ਹੈ। ਅਸੀਂ ਥੋੜ੍ਹਾ ਹੀ ਦੁੱਖ ਚੱਲਦੇ ਹਾਂ। ਅਸੀਂ ਕੀ ਹੈ, ਰੋਟੀ ਪਾਣੀ ਖਾਂਦੇ, ਅਸੀਂ ਥੋੜ੍ਹਾ ਹੀ ਦੁੱਖ ਚੱਲਦੇ ਹਾਂ। ਸਾਨੂੰ ਥੋੜ੍ਹੀ ਕੁਰਬਾਨੀ ਦੇਣ ਦੀ ਜ਼ਰੂਰਤ ਹੈ। ਔਰ ਉਹਨੇ ਜਿਹੜੀ ਹੈ ਉਹਨੇ ਆਪਣੇ ਹੀ ਲਹੂ ਦੀ ਕੁਰਬਾਨੀ ਦਿੱਤੀ ਹੈ। ਉਹ ਕਿੱਦਾਂ ਭੁੱਲ ਜਾਏਗਾ ਜਿਹਨੇ ਆਪਣਾ ਹੀ ਸਰੀਰ ਕੱਟਿਆ ਹੈ? ਉਹ ਕਿੱਦਾਂ ਵਾਅਦਾ ਭੁੱਲ ਜਾਏਗਾ? ਉਹ ਵਾਅਦਾ ਨਹੀਂ ਭੁੱਲਦਾ, ਅਸੀਂ ਭੁੱਲ ਜਾਂਦੇ ਹਾਂ। ਫਿਰ ਉਸ ਵਾਅਦਾ ਕੀਤੀ ਧਰਤੀ ਦੇ ਵਿੱਚ ਵੜਨਾ ਹੈ। ਜ਼ਰੂਰੀ ਹੈ ਕਿ ਲਾਲ ਸਮੁੰਦਰ ਦੇ ਵਿੱਚ ਦੀ ਅਸੀਂ ਜਦੋਂ ਪਾਰ ਨਿਕਲਣਾ ਹੈ ਤਾਂ ਕੋਈ ਸਾਡੇ ਮੂਹਰੇ ਕਸ਼ਟ ਉਹ ਨਾ ਹੋਵੇ, ਕੋਈ ਸਵਾਲ ਨਾ ਹੋਵੇ, ਕਿਉਂਕਿ ਸਾਨੂੰ ਵਾਅਦਾ ਯਾਦ ਹੋਣਾ ਚਾਹੀਦਾ ਕਿ ਉਹ ਡੁੱਬ ਕੇ ਮਰਨ ਨਹੀਂ ਦੇਵੇਗਾ। ਨਿਕਲ ਕੁਛ ਨਹੀਂ ਹੁੰਦਾ। ਕੋਈ ਵੀ ਪਾਸਟਰ, ਕੋਈ ਵੀ ਜਿਹੜਾ ਤੁਹਾਨੂੰ ਇਹ ਕਹਿੰਦਾ ਹੈ ਕਿ ਬਪਤਿਸਮਾ ਪਿਤਾ ਪੁੱਤਰ ਪੁੱਤਰ ਆਤਮਾ ਦੇ ਨਾਮ ਦੇ ਵਿੱਚ ਹੈ, ਉਹ ਤੁਹਾਨੂੰ ਤੁਹਾਡਾ ਵਾਅਦਾ ਭੁਲਾਉਂਦਾ ਹੈ। ਕਿਉਂਕਿ ਉਹ ਇੱਕੋ ਹੀ ਪਰਮੇਸ਼ਰ ਸੀਗਾ। ਉਹ ਤਿੰਨ ਨਹੀਂ ਸੀ ਜਿਹਨੇ ਵਾਅਦਾ ਕੀਤਾ ਸੀ, ਉਹ ਇੱਕੋ ਹੀ ਸੀਗਾ। ਔਰ ਉਹ ਤਿੰਨਾਂ ਹਿੱਸਿਆਂ 'ਚ ਵੰਡ ਦਿੰਦਾ ਹੈ। ਉੱਥੇ ਤੁਸੀਂ ਜਦੋਂ ਬਪਤਿਸਮਾ ਲੈ ਲੈਂਦੇ ਹੋ, ਫਿਰ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਅੱਛਾ ਕੁੜੀ ਬਪਤਿਸਮਾ ਲੈ ਕੇ ਆਈ ਹੋ, ਫਿਰ ਬੜੇ ਲੰਬੇ ਚੱਕਰ ਪੈਂਦੇ ਆ। ਰਿਸ਼ਤੇਦਾਰ ਕਹਿੰਦੇ ਫਿਰ ਮੁੰਡਾ ਹੀ ਨਹੀਂ ਲੱਭਦਾ ਮਸੀਹੀ ਛੇਤੀ ਦਾ, ਉਹ ਲੰਬਾ ਚੱਕਰ ਪੈ ਜਾਂਦਾ। ਯਾਰ ਇਹ ਸਾਡੇ ਜੀਵਨ ਦੇ ਨਾਲ ਨਾਲ ਵਰਤਦਾ ਹੈ। ਜ਼ਰੂਰਤ ਹੈ ਕਿ ਅਸੀਂ ਆਪਣੇ ਵਾਅਦੇ ਨੂੰ ਯਾਦ ਕਰੀਏ। ਸਾਡਾ ਵਾਅਦਾ ਕੀ ਹੈ ਪਰਮੇਸ਼ਰ ਦੇ ਨਾਲ? ਪਰਮੇਸ਼ਰ ਆਪਣੇ ਵਾਅਦਿਆਂ ਦਾ ਮੱਠਾ ਨਹੀਂ ਹੈ। ਪਰਮੇਸ਼ਰ ਦਾ ਹੱਥ ਛੋਟਾ ਨਹੀਂ ਹੈ ਕਿ ਮਨੁੱਖ ਤੱਕ ਨਾ ਪਹੁੰਚੇ। ਪਰਮੇਸ਼ਰ ਦੀ ਕੋਈ ਪਾਵਰ ਨਹੀਂ ਘਟ ਗਈ ਹੈ। ਕਦੋਂ ਲਾਲ ਸਮੁੰਦਰ ਦੇ ਉੱਤੇ ਉਹਦੀ ਪਾਵਰ ਹੋਰ ਸੀ ਤੇ ਹੁਣ ਪਾਵਰ ਹੋ ਰਿਹਾ। ਸਾਡਾ ਹੀ ਵਿਸ਼ਵਾਸ ਘਟਦਾ ਵੱਧਦਾ ਰਹਿੰਦਾ। ਸਾਡੇ ਹੀ ਕੰਮ ਕਦੀ ਬੁਰੇ ਤੇ ਕਦੀ ਜਦੋਂ ਆਪਾਂ ਬੁਰਾ ਕੰਮ ਕਰਨਾ ਹੁੰਦਾ ਤੇ ਪਿੱਛੋਂ ਸ਼ੈਤਾਨ ਥਾਪੀ ਦਿੰਦਾ, ਕਹਿੰਦਾ ਕੁਛ ਨਹੀਂ ਹੁੰਦਾ, ਉਹ ਬਸ ਕੋਈ ਨਹੀਂ। ਵਿਆਹ ਦੇ ਵਿੱਚ ਹੁਣ ਦੇਖ ਸਾਰੀਆਂ ਕਿੱਦਾਂ ਤਿਆਰ ਹੋਈਆਂ। ਸੂਟ ਤਾਂ ਤੂੰ ਲੈ ਰਿਹਾ ਹੁਣ 2,500-3,000 ਵਾਲਾ ਵਧੀਆ ਸੂਟ, ਤਾਂ ਤੂੰ ਮਾੜਾ ਨਹੀਂ ਲਿਆ। ਹੁਣ ਸੂਟ ਤਾਂ ਹੀ ਵਧੀਆ ਲੱਗਣਾ ਜੇ ਪਹਿਲਾਂ ਜੂੜਾ ਵੀ ਵਧੀਆ ਕਰਾ ਕੇ ਆਵੇਂ ਤਾਂ ਨਾ। ਤੇਰੇ ਤਾਂ ਵਾਲ ਹੀ ਬੜੇ ਸੁਨੇ ਜਾ ਹੋਇਆ, ਮਾੜੀ ਜੀ ਇਹਨੂੰ ਰਿਬੋਂਡਿੰਗ ਕਰਾ ਲਾ।
ਉਹ ਕਹਿੰਦੇ ਨਹੀਂ ਰਿਮਾਉਂਡਿੰਗ ਤੋਂ ਬਾਅਦ ਫੇਰ ਖਰਾਬ ਹੋ ਜਾਣਾ, ਕੁਛ ਨਹੀਂ ਸਮੂਥਿੰਗ ਕਰਾ, ਪਤਾ ਨਹੀਂ ਕੀ ਨਾ ਹੈ, ਗਾਂ ਤੋਂ ਗਾਂ ਵਧੀ ਜਾਂਦਾ, ਆਹ ਕਰਾ ਲਾ ਉਹ ਕਰਾ ਲਾ। ਮਤਲਬ ਕਿ ਕੁਛ ਨਾ ਕੁਛ ਤੂੰ ਕਰਾ ਲਾ ਬਸ ਮਾੜਾ ਜਾ, ਹੈ ਨਾ, ਵੀ ਤੇਰਾ ਵੀ ਮਾੜੀ ਜੋ ਤੇ ਹਾਜ਼ਰੀ ਲੱਗ ਜਾਏ। ਇਹ ਕੀ ਹੈ? ਇਹ ਤੁਹਾਨੂੰ ਰੋਕਦੇ ਆ ਅੱਗੇ ਵਧਣ ਤੋਂ, ਕਿਉਂਕਿ ਅਸੀਂ ਜਾਣਾ ਹੈ ਵਾਅਦਾ ਕੀਤੀ ਧਰਤੀ ਦੇ ਵਿੱਚ। ਵਾਅਦਾ ਕੀਤੀ ਧਰਤੀ ਕੀ ਹੈ? ਉਹ ਤੁਹਾਨੂੰ ਧਰਤੀ ਦੀ ਜਿੱਥੇ ਤੁਹਾਡਾ ਰਾਜ ਹੈ, ਨਾ ਤੁਹਾਨੂੰ ਉਹ ਬਾਬਲ ਰੋਕੇ ਤੇ ਨਾ ਤੁਹਾਨੂੰ ਉਹ ਬਾਬਲ ਰੋਕੇ, ਤੁਹਾਡੀ ਆਪਣੀ ਸਲਤਨਤ ਹੋਵੇ ਜਿੱਥੇ ਤੁਸੀਂ ਆਪਣੇ ਤੌਰ ਤਰੀਕਿਆਂ ਨਾਲ ਜੀ ਸਕਦੇ, ਉੱਥੇ ਪਹੁੰਚਾਉਣਾ ਚਾਹੁੰਦਾ ਹੈ। 1000 ਸਾਲਾ ਰਾਜ ਜਿੱਥੇ ਤੁਹਾਡੇ ਜੀਵਨ ਦੇ ਦਿਨ ਗਿਣੇ ਹੋਏ ਨਾ ਹੋਣ, ਜਿੱਥੇ ਤੁਹਾਨੂੰ ਪੱਥਰੀਆਂ, ਤੁਹਾਨੂੰ ਕੈਂਸਰ, ਤੁਹਾਨੂੰ ਆ ਡੇਂਗੂ ਤੇ ਹੁਣ ਆ ਕੀ ਆ ਕਰੋਨਾ ਵਰਗੀਆਂ ਚੀਜ਼ਾਂ ਤੰਗ ਨਾ ਕਰ ਸਕਣ। ਤੁਸੀਂ ਆਪਣੇ ਆਪ ਦੇ ਵਿੱਚ ਹੀ ਉੱਥੇ ਸਭੋ ਕੁਛ ਹੋ, ਉੱਥੇ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ। ਤੇ ਤੁਸੀਂ ਆਪਣੇ ਬਸ ਮਾਸੀ ਦੀ ਕੁੜੀ ਦੇ ਵਿਆਹ ਦੇ ਵਿੱਚ ਵੀ ਮਾਸੀ ਕੀ ਕਹੂਗੀ, ਦੇਖ ਇਹਨੂੰ ਚਾਹ ਨਹੀਂ ਖਰੇ, ਤਿਆਰ ਹੋ ਕੇ ਨਹੀਂ ਆਈ, ਇਹ ਨਹੀਂ ਤਿਆਰ ਹੋ ਗਈ, ਇਹ ਇੱਦਾਂ ਹੀ ਆ ਗਿਆ। ਮਤਲਬ ਲੱਗਦਾ ਨਾ ਵੀ ਚਾਹ ਦਿਖਾਉਣ ਦੇ ਵੀ ਇਹਨੂੰ ਬਹੁਤ ਚਾਹ ਆ, ਉੱਦਾਂ ਹੀ ਉਹ ਛੰਨ ਕਰਨਾ ਪੈਂਦਾ ਨਾ ਥੋੜ੍ਹਾ ਜਿਹਾ, ਇਹਨੂੰ ਚਾਹ ਬਹੁਤ ਆ। ਚਾਹ ਤਾਂ ਅੰਦਰਲੇ ਪਾਸੇ ਹੁੰਦਾ ਕਿ ਉਹ ਪੈਰਾਂ 'ਚ ਗਿੱਟਿਆਂ 'ਚ ਥੋੜ੍ਹੀ ਹੁੰਦਾ ਚਾਹ, ਫਿਰ ਇਹਨੂੰ ਖਰੇ ਚਾਹ ਨਗਾ ਇੱਦਾਂ ਹੀ ਆ ਗਈ ਉੱਠ ਕੇ। ਪਰ ਉਹਨੂੰ ਅਸਲ ਦੇ ਵਿੱਚ ਪਤਾ ਨਹੀਂ ਇਹ ਕਿਸੇ ਸਫ਼ਰ ਦੇ ਵਿੱਚ ਜਾ ਰਹੀ ਆ, ਇਹਨੇ ਉੱਥੇ ਪਹੁੰਚਣਾ ਹੈ ਜਿੱਥੇ ਇਸਰਾਇਲ ਨੇ ਪਹੁੰਚਣਾ, ਇਹਨੇ ਇੱਦਾਂ ਹੀ ਜਾਣਾ ਹੈ, ਕਿਉਂਕਿ ਉਹਨੂੰ ਰਿਸ਼ਤੇਦਾਰਾਂ ਦੀ ਪਰਵਾਹ ਨਹੀਂ ਹੈ। ਰਿਸ਼ਤੇਦਾਰ ਬਾਬਲ ਦੇ ਵਿੱਚ ਫਸੇ ਹੋ ਸਕਦੇ ਹਨ, ਇਹ ਤੁਹਾਡਾ ਇਕੱਲੇ ਦਾ ਹੈ। ਤੁਹਾਡੀ ਮਾਤਾ ਜਿੰਨੀ ਮਰਜ਼ੀ ਪ੍ਰਾਰਥਨਾ ਕਰਦੀ ਹੈ ਉਹਦੇ ਨਾਲ ਤੁਸੀਂ ਨਹੀਂ ਬਚਣਾ। ਤੁਹਾਡਾ ਪਿਤਾ ਜਿੱਦਾਂ ਮਰਜ਼ੀ ਕਰਦਾ ਹੈ, ਨਾ ਤੁਹਾਡੇ ਪਿਤਾ ਦੇ ਚੰਗੇ ਕੰਮਾਂ ਦਾ ਅਸਰ ਪੈਣਾ ਤੇ ਨਾ ਹੀ ਮਾੜੇ ਕੰਮਾਂ ਦਾ ਅਸਰ ਪੈਣਾ ਹੈ। ਚੋਣ ਦੇ ਵਿੱਚ ਜਿਹੜਾ ਹੈ ਉਹਨੂੰ ਬਚਾਉਣਾ ਹੀ ਬਚਾਉਣਾ ਹੈ। ਲੂਤ ਜਿਹੜਾ ਹੈ ਉਹਦੀ ਚੋਣ ਨਹੀਂ ਸੀ, ਲੂਤ ਜਿਹੜੀ ਅਬਰਾਹਮ ਦੀ ਚੋਣ ਸੀ, ਉਹ ਫਸਿਆ ਰਿਹਾ ਉੱਥੇ। ਮਨੁੱਖਾਂ ਦੀ ਚੋਣ ਦੇ ਨਾਲ ਲਗਾ ਕੁਛ ਵੀ, ਪਰਮੇਸ਼ਰ ਦੀ ਚੋਣ ਦੇ ਨਾਲ ਹੈ। ਜਿਹਨੂੰ ਪਰਮੇਸ਼ਰ ਚੁਣਦਾ ਹੈ, ਜੇ ਪਰਮੇਸ਼ਰ ਚੁਣਦਾ ਹੈ ਤਾਂ ਉਹ ਫਿਰ ਵਾਅਦਾ ਦਿੰਦਾ ਹੈ ਕਿ ਤੂੰ ਬਸ ਵਿਸ਼ਵਾਸ ਕਰਨਾ, ਸਿਰਫ ਵਿਸ਼ਵਾਸ। ਭਾਈ ਬਰਾਨਾਮ ਉਹਨਾਂ ਦੀ ਚਰਚ ਦੇ ਵਿੱਚ ਪਿੱਛੇ ਇੱਕ ਗੀਤ ਚੱਲਦਾ ਹੀ ਰਹਿੰਦਾ, ਇੱਕ ਸਿਸਟਰ ਉਹ ਵਜਾਉਂਦੀ ਹੁੰਦੀ ਸੀਗੀ, ਉਹ ਪਿਆਨੋ ਉਹ ਵਜਾਉਂਦੀ ਹੀ ਰਹਿੰਦੀ ਸੀਗੀ, ਓਨਲੀ ਬਿਲੀਵ ਐਵਰੀਥਿੰਗ ਇਜ਼ ਪੋਸੀਬਲ। ਸਿਰਫ ਵਿਸ਼ਵਾਸ ਕਰੋ, ਸਭ ਕੁਝ ਸੰਭਵ ਹੈ, ਕਿਉਂਕਿ ਉਹਨੇ ਵਾਅਦਾ ਕੀਤਾ, ਲਹੂ ਦੇ ਉੱਤੇ ਵਾਅਦਾ ਹੋਇਆ ਹੈ। ਸਿਰਫ ਵਿਸ਼ਵਾਸ ਕਰਨਾ ਹੈ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਤੇ ਸਭ ਕੁਝ ਹੀ ਸੰਭਵ ਹੈ। ਔਰ ਕਈ ਵਾਰੀ ਵਿਸ਼ਵਾਸ ਕਰਨਾ ਨਹੀਂ ਆਉਂਦਾ। ਹੁਣ ਵਿਸ਼ਵਾਸ ਕਰਨਾ ਕਿੱਦਾਂ? ਪ੍ਰਾਰਥਨਾ ਤੱਕ ਨਹੀਂ ਕਰਨੀ ਆਉਂਦੀ ਕਈ ਵਾਰ ਭਾਈਆਂ ਭੈਣਾਂ, ਪ੍ਰਾਰਥਨਾ ਨਹੀਂ ਕਰਨੀ ਆਉਂਦੀ। ਔਰ ਪ੍ਰਾਰਥਨਾ ਕਰਨ ਤੋਂ ਪਹਿਲਾਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਬੁਰੇ ਖਿਆਲ ਹਨ, ਜੋ ਕੁਛ ਵੀ ਹਨ, ਸਾਰਿਆਂ ਨੂੰ ਹੀ ਬਾਹਰ ਕੱਢਣਾ। ਅੱਖਾਂ ਮੀਟ ਕੇ ਬੈਠ ਜਾਓ ਬਿਲਕੁਲ, ਔਰ ਕੁਛ ਨਹੀਂ ਕਰਨਾ। ਜਿਸ ਤਰ੍ਹਾਂ ਇਹ ਦੇਖਦਾ ਕਿ ਸ਼ਾਮ ਦੇ ਵੇਲੇ ਹਨੇਰਾ ਹੋ ਗਿਆ, ਔਰ ਉਹ ਸਭੋ ਕੁਛ ਦੇਖ ਲੈਂਦਾ ਹੈ, ਨਰਕ ਕੀ ਹੈ, ਸਭੋ ਕੁਛ ਕਿਸ ਤਰ੍ਹਾਂ ਸਭੋ ਕੁਛ ਬਰਬਾਦ ਹੋਣਾ, ਇਹ ਦੇਖ ਲੈਂਦਾ ਹੈ। ਪਰ ਉਹ ਜਦੋਂ ਉਦਾਸ ਹੋ ਜਾਂਦਾ ਕਹਿੰਦਾ ਤੈਨੂੰ ਕੁਛ ਨਹੀਂ ਹੋਣਾ, ਕਿਉਂਕਿ ਤੂੰ ਮੇਰਾ ਮਿੱਤਰ ਹੈ, ਤੂੰ ਆਪਣੇ ਵਾਅਦੇ ਪੂਰੇ ਕਰ ਦਿੱਤੇ ਹਨ। ਉਹਨੂੰ ਕਈ ਤਰੀਕਿਆਂ ਦੇ ਨਾਲ ਪਰਮੇਸ਼ਰ ਨੇ ਉਹਨੂੰ ਜਦੋਂ ਪਰਖਿਆ, 100 ਸਾਲ ਦੀ ਉਮਰ ਦੇ ਵਿੱਚ ਉਹਨੂੰ ਪੁੱਤਰ ਦੇ ਦਿੱਤਾ ਤੇ ਪਰਮੇਸ਼ਰ ਆ ਗਿਆ ਫਿਰ ਉਹਦੇ ਕੋਲ, ਕਹਿੰਦਾ ਵੀ ਮੈਨੂੰ ਬਲੀ ਚਾਹੀਦੀ ਹੈ। ਕਹਿੰਦਾ ਕੋਈ ਗੱਲ ਨਹੀਂ, ਕਿਉਂਕਿ ਦੋਸਤੀ ਜਿਹੜੀ ਅਬਰਾਹਮ ਨੇ ਪਰਮੇਸ਼ਰ ਦੇ ਨਾਲ ਨਿਭਾਈ ਹੈ ਨਾ, ਉਹ ਵੀ ਇੱਕ ਮਿਸਾਲ ਹੈ। ਅਸੀਂ ਉਹਦੀ ਸੰਤਾਨ ਹੈ, ਅਸੀਂ ਕਿੱਦਾਂ ਢਿੱਲੇ ਹੋ ਜਾਈਏ। ਲੋਕ ਆਪਣੇ ਮਾਤਾ ਪਿਤਾ ਦੇ ਪਦ ਚਿੰਨ੍ਹਾਂ ਤੇ ਚੱਲਦੇ ਨਾ, ਔਰ ਉਹਨੇ ਕਿਹਾ ਕਿ ਮੈਨੂੰ ਬਲੀ ਚਾਹੀਦੀ, ਉਹ ਕਹਿੰਦਾ ਕਾਹਦੀ ਚਾਹੀਦੀ? ਕਹਿੰਦਾ ਤੇਰੇ ਹੀ ਪੁੱਤਰ ਦੀ। ਕਹਿੰਦਾ ਠੀਕ ਹੈ, ਕੋਈ ਸਵਾਲ ਨਹੀਂ ਕਰਦਾ, ਕਹਿੰਦਾ ਠੀਕ ਹੈ। ਔਰ ਦੇਣੀ ਕਿੱਥੇ ਹੈ? 3 ਦਿਨ ਦਾ ਸਫ਼ਰ ਕਰਕੇ ਜਾਣਾ ਹੈ ਪਹਾੜ ਦੇ ਉੱਤੇ ਜਾ ਕੇ, ਔਰ ਉੱਥੇ ਉਹ ਲੈ ਕੇ ਤੁਰਿਆ ਜਾਂਦਾ। ਔਰ ਫਿਰ ਪਰਮੇਸ਼ਰ ਨੂੰ ਵੀ ਤਾਂ ਆਪਣਾ ਵਾਅਦਾ ਯਾਦ ਹੈ ਨਾ, ਕਿਉਂ ਮੁਹੱਈਆ ਕਰਾਉਂਦਾ ਹੈ, ਉਹ ਸਭੋ ਕਹੇ ਦਾ ਬੰਦੋਬਸਤ ਕਰਦਾ। ਜੇ ਹੁਣ ਦੇਖਦਾ ਕਿ ਦੋਸਤੀ ਪੱਕੀ ਕਿੱਦਾਂ ਹੈ, ਇਹ ਵਾਅਦੇ ਤੋਂ ਨਹੀਂ ਟਲਦਾ ਤੇ ਵਾਅਦੇ ਤੋਂ ਉਹ ਵੀ ਨਹੀਂ ਟਲਦਾ। ਜਦੋਂ ਉੱਥੇ ਚੱਲ ਜਾਂਦਾ ਆਪਣੇ ਪੁੱਤਰ ਦੀ ਬਲੀ ਦੇਣ ਲੱਗਦਾ, ਕਹਿੰਦਾ ਅਬਰਾਹਮ ਰੁਕ ਜਾ, ਕਹਿੰਦਾ ਮੈਂ ਬੰਦੋਬਸਤ ਕਰ ਦਿੱਤਾ ਹੈ। ਕਹਿੰਦਾ ਜਦ ਇਸ ਕਹਾਣੀ ਨੂੰ ਤੁਸੀਂ 2 ਮਨੁੱਖਾਂ ਦੀ ਕਹਾਣੀ ਵੱਲੋਂ ਦੇਖਦੇ ਹੋ, 2 ਮਨੁੱਖਾਂ ਦੀ ਕਹਾਣੀ ਵਾਂਗੂ ਤੁਹਾਨੂੰ ਪਰਮੇਸ਼ਰ ਕੋਈ ਭਾਰੀ ਚੀਜ਼ ਨਹੀਂ ਲੱਗਦੀ। ਪਰਮੇਸ਼ਰ ਵੀ ਮਨੁੱਖਾਂ ਵਾਂਗੂ ਹੀ ਵਰਤਦਾ ਹੈ। ਜਿੰਨਾ ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ, ਉਹਦੇ ਨਾਲੋਂ ਵੱਧ ਕਰਕੇ ਦਿਖਾਉਂਦਾ ਹੈ। ਉਹਨੇ ਵਾਅਦਾ ਕੀਤਾ ਹੈ ਆਪਣੇ ਬੰਦੇ ਦੇ ਨਾਲ। ਪਰਮੇਸ਼ਰ ਕੋਈ ਡਰਾਉਣ ਵਾਲੀ ਚੀਜ਼ ਨਹੀਂ, ਜਿੱਦਾਂ ਲੋਕ ਕਹਿੰਦੇ ਹਨ। ਪਰਮੇਸ਼ਰ ਡਰਾਉਣ ਵਾਲੀ ਚੀਜ਼ ਨਹੀਂ, ਪਰਮੇਸ਼ਰ ਪਿਆਰ ਕਰਨ ਵਾਲੀ ਚੀਜ਼ ਹੈ। ਡਰਨ ਦੀ ਜ਼ਰੂਰਤ ਨਹੀਂ। ਲੋਕ ਡਰਦੇ ਭਗਤੀ ਕਰਦੇ,
ਡਰਦੇ ਭਗਤੀ ਕਰਦੇ, ਪਾਣੀ ਦੇ ਵਿੱਚ ਇਦਾਂ ਖੜੇ ਹੋ ਜਾਂਦੇ ਰਾਤ ਨੂੰ 12 ਵਜੇ, ਡਰਦੇ ਰਾਤ ਨੂੰ 1:30 ਵਜੇ ਉੱਠ ਕੇ ਨਹਾ ਲੈਂਦੇ ਹਨ, ਪਹਾੜਾਂ 'ਚ ਜਾਂਦੇ ਆ। ਇਹ ਡਰ ਹੈ। ਪਰਮੇਸ਼ਰ ਡਰਾਉਣ ਵਾਲੀ ਚੀਜ਼ ਨਹੀਂ, ਪਰਮੇਸ਼ਰ ਪਿਆਰ ਕਰਨ ਵਾਲੀ ਚੀਜ਼ ਆ। ਕਹਿੰਦਾ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਮੈਂ ਤੁਹਾਨੂੰ ਵੱਧ ਕਰੂੰਗਾ ਪਿਆਰ। ਤੁਸੀਂ ਇੱਕ ਵਾਰੀ ਕਰਕੇ ਤਾਂ ਦੇਖੋ ਉਹਦੇ ਨਾਲ ਪਿਆਰ, ਆਪਣਾ ਵਾਅਦਾ ਉਹਦੇ ਨਾਲ ਕਰ ਲਓ ਕਿ ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ। ਫਿਰ ਉਹ ਸਾਰੇ ਹੀ ਵਾਅਦੇ ਜਿਹੜੇ ਉਹਨੇ ਕੀਤੇ ਤੁਹਾਡੇ ਜੀਵਨ ਦੇ ਵਿੱਚ ਨਾ ਪੂਰੇ ਹੋਣਗੇ। ਮੈਨੂੰ ਫੜ ਲਿਓ ਆ ਕੇ, ਉਹਨੇ ਵਾਅਦਾ ਕੀਤਾ ਹੈ ਚੰਗਾ ਕਰਨ ਵਾਲਾ। ਤੁਹਾਨੂੰ ਤੁਹਾਡਾ ਵਾਅਦਾ ਯਾਦ ਹੋਣਾ ਚਾਹੀਦਾ ਹੈ, ਤੁਹਾਡਾ ਵੀ ਵਾਅਦਾ ਯਾਦ ਹੋਣਾ। ਜਿੱਦਣ ਤੁਸੀਂ ਤੋਬਾ ਕਰਦੇ ਹੋ ਤਾਂ ਤੁਸੀਂ ਵਾਅਦਾ ਕਰਦੇ ਹੋ ਉਹਦੇ ਨਾਲ। ਜੇ ਤੋਬਾ ਕਰਦੇ ਹੋ, ਵਾਅਦਾ ਕਰਦੇ ਹੋ ਕਿ ਮੈਂ ਅੱਜ ਤੋਂ ਬਾਅਦ ਕੋਈ ਦੇਵੀ ਦੇਵਤੇ ਨੂੰ ਨਹੀਂ ਮੰਨਣਾ, ਚਾਹੇ ਤੂਫਾਨ ਆਵੇ, ਚਾਹੇ ਹਨੇਰੀਆਂ ਆਉਣ, ਮੈਨੂੰ ਕੁਛ ਵੀ ਮਸੀਹ ਦੇ ਪ੍ਰੇਮ ਤੋਂ ਵੱਖ ਨਹੀਂ ਕਰ ਸਕਦਾ। ਇਹ ਕੀ ਹੈ? ਤੁਸੀਂ ਵਾਅਦਾ ਕਰਦੇ ਹੋ ਉਹਦੇ ਨਾਲ। ਤੁਸੀਂ ਆਪਣੇ ਵਾਅਦੇ ਤੇ ਬਣੇ ਰਹੋ, ਉਹਨੂੰ ਵਾਅਦਾ ਯਾਦ ਕਰਾਉਣ ਦੀ ਜ਼ਰੂਰਤ ਨਹੀਂ। ਉਹ ਆਪਣੇ ਆਪ ਹੀ ਬਣ ਜਾਂਦਾ ਆ ਕੇ। ਜਦ ਉਹਨੂੰ ਪਤਾ ਲੱਗਦਾ ਅੱਛਾ ਮੇਰਾ ਦੋਸਤ, ਮੇਰਾ ਬੱਚਾ ਇਸ ਮੁਸੀਬਤ ਦੇ ਵਿੱਚ ਫਸਿਆ ਹੈ, ਤਾਂ ਉਹ ਆਪਣੇ ਆਪ ਆ ਜਾਂਦਾ ਹੈ। ਤੁਹਾਨੂੰ ਲੱਭਣ ਦੀ ਜ਼ਰੂਰਤ, ਤੁਸੀਂ ਉਹਨੂੰ ਲੱਭ ਨਹੀਂ ਸਕਦੇ ਕਿੱਥੇ, ਉਹੋ ਹੀ ਲੱਭ ਲੈਂਦਾ ਹੈ ਆਪਣੇ ਆਪ। ਉਹ ਸਭ ਕੁਝ ਤੁਹਾਡੇ ਲਈ ਕਰਦਾ ਹੈ। ਬਸ ਜ਼ਰੂਰਤ ਹੈ ਤੁਸੀਂ ਆਪਣੇ ਵਾਅਦੇ ਦੇ ਉੱਤੇ ਬਣੇ ਰਹੋ, ਤੁਹਾਨੂੰ ਤੁਹਾਡਾ ਵਾਅਦਾ ਯਾਦ ਹੋਵੇ। ਹੁਣ ਸਾਰਿਆਂ ਨੇ ਆਪਣੇ ਵਾਅਦੇ ਤੇ ਯਾਦ ਰੱਖਣਾ ਹੈ। ਜਿਹਨੇ ਤੋਬਾ ਕੀਤੀ, ਕਿਸ ਚੀਜ਼ ਤੋਂ ਤੋਬਾ ਕੀਤੀ ਹੈ? ਬਪਤਿਸਮਾ ਲਿਆ ਤੇ ਕਿਉਂ ਲਿਆ ਹੈ? ਅਸੀਂ ਤੋਬਾ ਕੀਤੀ ਹੈ ਕਿ ਅਸੀਂ ਸ਼ੈਤਾਨ ਦੇ ਪਿੱਛੇ ਨਹੀਂ ਲੱਗਣਾ, ਜੋ ਮਰਜ਼ੀ ਹੋ ਜਾਵੇ ਅਸੀਂ ਪ੍ਰਭੂ ਦੇ ਨਾਲ ਚੱਲਣਾ। ਔਰ ਅਸੀਂ ਬਪਤਿਸਮਾ ਲਿਆ ਹੈ, ਅਸੀਂ ਉਸ ਨੂੰ ਪਹਿਨਿਆ, ਅਸੀਂ ਉਸ ਦਰਦ ਨੂੰ ਮਹਿਸੂਸ ਕੀਤਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ। ਉਹਨੇ ਜਦ ਵਾਅਦਾ ਕੀਤਾ, ਉਹਨੇ ਜਿਹੜਾ ਵਾਅਦਾ ਦਿੱਤਾ ਹੈ, ਉਹਨੇ ਉਦੋਂ ਤੱਕ ਕੋੜੇ ਖਾਂਦਾ ਰਿਹਾ ਜਦ ਤੱਕ ਉਹਦੀਆਂ ਪਸਲੀਆਂ ਨਹੀਂ ਦਿਸਣ ਲੱਗ ਪਈਆਂ। ਇੰਨਾ ਦਰਦਨਾਕ ਉਹਨੇ ਵਾਅਦਾ ਕੀਤਾ, ਤਾਂ ਕਿੱਦਾਂ ਭੁੱਲ ਜਾਏਗਾ ਆਪਣੇ ਵਾਅਦੇ ਨੂੰ? ਅਸੀਂ ਵੀ ਆਪਣੇ ਵਾਅਦੇ ਨੂੰ ਯਾਦ ਰੱਖਣਾ। ਜਦ ਤੁਸੀਂ ਆਪਣਾ ਵਾਅਦਾ ਪਰਮੇਸ਼ਰ ਦੇ ਨਾਲ ਬਣਾਈ ਰੱਖਦੇ ਹੋ, ਉਹਨੂੰ ਵਾਅਦਾ ਯਾਦ ਕਰਾਉਣ, ਤੁਸੀਂ ਆਪਣੇ ਆਪ ਜਦੋਂ ਅੱਖਾਂ ਬੰਦ ਕਰਨੀਆਂ, ਪ੍ਰਾਰਥਨਾ ਨਹੀਂ ਕਰਨੀ ਆਉਂਦੀ, ਮੈਂ ਕਹਿੰਦਾ ਨਾ, ਜਦ ਪ੍ਰਾਰਥਨਾ ਕਰਦੇ ਹੋ ਆਪਣੇ ਕੰਮ ਦੇਖਣੇ ਦਿਹਾੜੀ ਦੇ ਵਿੱਚ ਤੁਸੀਂ ਕੀ ਕੀਤੇ ਹਨ, ਕਿੱਥੋਂ ਕਿੱਥੋਂ ਡਿਗੇ ਹਨ। ਕਿ ਜਦ ਮੈਂ ਇੱਥੇ ਜਾਂਦਾ ਸੀ ਤਾਂ ਮੈਂ ਇੱਦਾਂ ਹੋ ਗਿਆ, ਪ੍ਰਭੂ ਮੈਨੂੰ ਮਾਫ਼ ਕਰ ਦੇ, ਪ੍ਰਭੂ ਮੈਨੂੰ ਮਾਫ਼ ਕਰ ਦੇ, ਪ੍ਰਭੂ ਮੈਨੂੰ ਮਾਫ਼ ਕਰ ਦੇ। ਮੈਂ ਆਪਣੇ ਵਾਅਦੇ ਦੇ ਉੱਤੇ ਖੜਾ ਨਹੀਂ ਰਿਹਾ, ਪ੍ਰਭੂ ਮੈਨੂੰ ਉਠਾ ਕੇ ਖੜ ਕਰ। ਆਪਣੇ ਆਪ ਵੱਲ ਦੇਖਣਾ ਹੈ, ਉਹਨੂੰ ਨਹੀਂ ਯਾਦ ਕਰਾਉਣਾ ਕਿ ਪ੍ਰਭੂ ਤੂੰ ਮੈਨੂੰ ਇੱਦਾਂ ਕਿਹਾ ਸੀ, ਇੱਦਾਂ ਹੋ ਜਾਏਗਾ। ਪ੍ਰਭੂ ਤੂੰ, ਉਹਨੂੰ ਯਾਦ ਹੀ ਹੈ ਆਪਣੇ। ਮੈਂ ਕਹਿੰਦਾ ਨਾ ਕਿ ਪ੍ਰਾਰਥਨਾ ਨਹੀਂ ਕਰਨੀ ਆਉਂਦੀ। ਜਦੋਂ ਪ੍ਰਾਰਥਨਾ ਸਵੇਰੇ ਹੀ ਉੱਠਦੇ ਆ ਤੇ ਜਿਉਂ ਲੱਗਦੇ ਹੈ ਮੰਗਣ, ਜਿਉਂ ਲੱਗਦੇ ਮੰਗਣ, ਆਜ਼ਾਦ ਦੇ, ਆਜ਼ਾਦ ਦੇ, ਆਜ਼ਾਦ ਦੇ, ਆਜ਼ਾਦ ਦੇ। ਮੈਂ ਉੱਥੇ ਚੱਲਿਆ ਆ, ਮੈਂ ਤਰੀਕੇ ਚੱਲਿਆ। ਜੱਜ ਦਾ ਦਿਮਾਗ ਖਰਾਬ ਕਰਦੇ, ਭਾਵੇਂ ਮੈਂ ਬੰਦਾ ਮਾਰਿਆ, ਮੇਰੇ ਹੱਕ ਦੇ ਵਿੱਚ ਕਰਦੇ ਕੇਸ। ਉਹਨੂੰ ਯਾਦ ਕਰਾਈ ਜਾਂਦੇ ਆ, ਉਹਨੂੰ ਯਾਦ ਕਰਾਈ ਜਾਂਦੇ। ਯਾਦ ਤਾਂ ਆਪਣਾ ਕਰਨਾ ਸੀਗਾ ਕਿ ਪ੍ਰਭੂ ਮੈਂ ਰਾਤੀ ਕੋਈ ਮਾੜਾ ਸੁਪਨੇ ਦੇ ਵਿੱਚ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰ ਦਿੱਤਾ। ਯਾਦ ਆਪਣੇ ਆਪ ਨੂੰ ਕਰਨਾ ਹੈ, ਆਪ ਪਰਮੇਸ਼ਰ ਦੇ ਸਾਹਮਣੇ ਰੱਖਣਾ। ਹਲੀਮ ਬਣਨਾ, ਆਪਣੇ ਆਪ ਨੂੰ ਹਲੀਮ ਕਰੋ, ਆਪਣੇ ਵਾਅਦੇ ਤੇ ਬਣੇ ਰਹੋ। ਲੋਕਾਂ ਦੇ ਵਿੱਚ ਨੁਕਸ ਢੂੰਡਣ ਦੀ ਕੋਸ਼ਿਸ਼ ਨਹੀਂ ਕਰਨੀ। ਆਪਾਂ ਆਪਣੇ ਆਪ ਦੇ ਉੱਤੇ ਬਸ ਕਿ ਪ੍ਰਭੂ ਮੈਂ ਉਸ ਵਾਅਦੇ ਤੋਂ ਪਰਾਂ ਹੋ ਗਿਆ, ਪ੍ਰਭੂ ਮੈਂ ਉਸ ਵਾਅਦੇ ਦੇ ਵਿੱਚ ਬਣਿਆ ਰਹਾਂ ਜਿਹੜਾ ਮੈਂ ਤੋਬਾ ਕਰਨ ਦੇ ਸਮੇਂ ਤੇਰੇ ਨਾਲ ਵਾਅਦਾ ਕੀਤਾ ਸੀ। ਉਸ ਵਾਅਦੇ ਦੇ ਉੱਤੇ ਬਣੇ ਰਹੋ। ਵਾਅਦਾ ਤੁਹਾਡਾ ਯਾਦ ਆ ਗਿਆ? ਇਹ ਅਬਰਾਹਮ ਦੇ ਨਾਲ ਨਹੀਂ ਸੀਗਾ, ਤੁਹਾਡੇ ਨਾਲ ਸੀਗਾ, ਕਿਉਂਕਿ ਅਬਰਾਹਮ ਤਾਂ ਚਲਾ ਗਿਆ ਉਤੋਂ। ਉਹਨੇ ਤਾਂ ਅਬਰਾਹਮ ਨੂੰ ਕਿਹਾ ਵੀ ਤੂੰ ਹੁਣ ਸੌਂ ਜਾ। ਅਬਰਾਹਮ ਨੇ ਕਿਹਾ ਵੀ ਤੂੰ ਹੁਣ ਸੌਂ ਜਾ, ਹੁਣ ਮੈਂ ਦੇਖਦਾ ਕਿ ਤੇਰਾ ਅੰਸ਼ ਕੀ ਕਰਦਾ ਤੇ ਮੈਂ ਕੀ ਕਰਦਾ। ਅਬਰਾਹਮ ਦਾ ਅੰਸ਼ ਕੌਣ ਹੈ? ਅਸੀਂ ਹਾਂ ਅਬਰਾਹਮ ਦਾ ਅੰਸ਼। ਔਰ ਉਹਨੇ ਕਿਹਾ ਕਿ ਇਹ ਵਾਅਦਾ ਤੇਰੇ ਨਾਲ ਤੇ ਤੇਰੀ ਅੰਸ਼ ਨਾਲ ਹੋਵੇਗਾ। ਇਹ ਧਰਤੀ ਕਿਹਨੂੰ ਦੇਣ ਜਾ ਰਿਹਾ ਹੈ? ਤੈਨੂੰ ਤੇ ਤੇਰੀ ਅੰਸ਼ ਨੂੰ ਮੈਂ ਦੇ ਦਿੱਤੀ ਹੈ। ਉਹਦੀ ਅੰਸ਼ ਕੌਣ ਹੈ? ਅਸੀਂ ਹਾਂ। ਉਹਨੇ ਆਪਣਾ ਵਾਅਦਾ ਪੂਰਾ ਕਰਤਾ, ਦੇ ਦਿੱਤੀ ਹੈ। ਉਹਨੇ ਸਾਡੀਆਂ ਬਿਮਾਰੀਆਂ ਦਾ ਇਲਾਜ ਕਰ ਦਿੱਤਾ ਹੈ 2000 ਸਾਲ ਪਹਿਲਾਂ। ਉਹਨੇ ਕੋੜੇ ਖਾ ਲਏ। ਹੁਣ ਅਸੀਂ ਉਸ ਨੂੰ ਗ੍ਰਹਿਣ ਕਰਨਾ, ਅਸੀਂ ਆਪਣੇ ਵਾਅਦੇ ਦੇ ਉੱਤੇ ਬਣੇ ਰਹਿਣਾ ਹੈ। ਜਦ ਅਸੀਂ ਆਪਣੇ ਵਾਅਦੇ ਦੇ ਉੱਤੇ ਬਣੇ ਰਹਿੰਦੇ ਹਾਂ ਤਾਂ ਫਿਰ ਸਭ ਕੁਝ ਸੰਭਵ ਹੈ। ਆਓ ਅਸੀਂ ਖੜੇ ਹੋ ਜਾਂਦੇ ਹਾਂ। ਅਸੀਂ ਦੁਆ ਦੇ ਵਿੱਚ ਜਾਂਦੇ ਹਾਂ। ਪ੍ਰਭੂ ਯਿਸੂ ਮਸੀਹ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪਿਤਾ ਅਸੀਂ ਵੀ ਆਪਣੇ ਵਾਅਦੇ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਤਾ ਅਸੀਂ ਮਾਫੀ ਮੰਗਦੇ ਹਾਂ। ਪਿਤਾ ਅਸੀਂ ਤੈਨੂੰ ਤੇਰੇ ਵਾਅਦੇ ਯਾਦ ਕਰਾਉਂਦੇ ਹਾਂ। ਤੂੰ ਮਨੁੱਖ ਨਹੀਂ ਹੈ ਜੋ ਭੁੱਲ ਜਾਵੇਂ। ਪ੍ਰਭੂ ਤੈਨੂੰ ਤੇਰੇ ਸਾਰੇ ਵਾਅਦੇ ਯਾਦ ਹਨ।
ਅਸੀਂ ਹੀ ਭੁਲੱਕੜ ਇਨਸਾਨ ਹਾਂ ਪ੍ਰਭੂ, ਅਸੀਂ ਆਪਣੇ ਵਾਅਦਿਆਂ ਨੂੰ ਭੁੱਲ ਜਾਂਦੇ ਹਾਂ ਪਿਤਾ। ਤੇਰਾ ਬਹੁਤ ਧੰਨਵਾਦ ਕਰਦੇ ਹਾਂ ਪਿਤਾ, ਇਸ ਯਾਦਾਸ਼ਤ ਨੂੰ ਵਾਪਸ ਲਿਆਉਣ ਦੇ ਲਈ ਤੂੰ ਸਾਨੂੰ ਯਾਦ ਦਿਵਾਇਆ ਹੈ ਕਿ ਅਸੀਂ ਵਿਸ਼ਵਾਸ ਕਰਨਾ ਹੈ ਤੇ ਸਾਡੇ ਲਈ ਸਭ ਕੁਝ ਸੰਭਵ ਹੈ ਪ੍ਰਭੂ। ਤੇਰਾ ਬਹੁਤ ਧੰਨਵਾਦ ਕਰਦੇ ਹਾਂ। ਔਰ ਪਿਤਾ ਤੂੰ ਕੱਲੇ ਕੱਲੇ ਨਹੀਂ ਛੋ और प्रभु तेरा वादा है कि जो विश्वास करे हो प्राप्त करेगा पिता, जो खड़काएगा उहदे लई दरवाजा खोलिया जाएगा पिता। हुण जरूरत है कि असी खड़काइए पिता। तेरा धन्नवाद करते हैं, तेरी महिमा तेरी वडियाई करते हैं पिता। और साडे विच पिता जिस नूं भी जिस चीज़ की जरूरत है पिता तू दया कर पिता। अगर कोई बीमार है तो उसके उत्ते दया कर पिता। उसनों उसका वादा याद आ गया है पिता, जब इसराइलियां नूं वादा याद आ गया तो तू लाल समुद्र नूं खोल दिता सी पिता, ताकि उहदे विच दी चले गए पिता। तो किरपा कर प्रभु यीशु मसीह, तू दया कर प्रभु। असी भुलक्कड़ इंसान हैं, असी कुछ देर दे लई भुल गए सी प्रभु, पर अज सानूं याद आ गया है कि असी तौबा कीती हुई है, असी बपतिस्मा लिया होया है। और पिता तू साडे उत्ते किरपा कीती हुई है, तू साड़ियाँ बीमारियां का इलाज कर दिता है प्रभु। ये सानू सब कुछ याद आ गया है पिता, तेरा बहुत धन्नवाद करते हैं। और पिता हुण असीं अगे वधना है, असीं उस वादा कीती हुई धरती नूं प्राप्त करना है पिता। तू तो सानू वो दे दिती है प्रभु, हुण प्राप्त असीं करनी है प्रभु। तेरा शुक्र करते हैं, तेरा धन्नवाद करते हैं प्रभु। तो किरपा कर संभाल के रख प्रभु। असीं कुछ नहीं है और सब कुछ तो ही है पिता। ये तेरा वादा है, लहू दे थले वादा है पिता कि तू सानू बचाउंदा है प्रभु। तेरे वादे लिए तेरा धन्नवाद करते सब का से ये दुआ प्रभु यीशु मसीह दे नाम विच मंगते।